जिसमह अमृत ज्ञान है, माणिक भगत वैराग। श्री गुरु ग्रंथ साहिब उदद, बंदों कार्य अनुराग। एक अंकारा सतगुरु, तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। वाहिगुरु जी का खालसा, वाहिगुरु जी की फतेह। रोम रोम कोट ब्रह्मांड को निवास जास, मानस अवतार धार दर्श दिखाए। जिन्हां दे एक एक रोम दे विच करोड़ां खंडां ब्रह्मंडां दा वासा है। ऐसे प्रभु ने जदों मनुखा स्वरूप धारण किया, दर्शन दिते, तां आप जी श्री गुरु नानक देव साहिब महाराज जी कहाए। जा हर पीर जगत गुर बाबा, धन श्री गुरु नानक देव साहिब महाराज सतगुरां दे पावने अस्थान सचखंड दरबार गुरुद्वारा श्री बेर साहिब जी विखे गुरु चरना की हाजरी भर रही गुरु की साजी नवाजी हुई साध संगत जीओ। दसां पातशाहियां दी जोत, जाहर जहूर हाजिर हजूर सर्ब कला भरपूर। धन श्री गुरु ग्रंथ साहिब महाराज सच्चे पातशाह जी ने कृपा की है, अपने अमृतमयी दर्शन बख्शिश करदियां होइयां सत संगत का अमोलक सुभागा समा प्रदान किया है। सतगुरां दी पावन हजूरी अंदर अमृत वेले तो लै करके ही हुण तक गुरबाणी के कीर्तन का लगातार प्रवाह चलिया है, हर रोज़ की तरह। हुणे हुणे भाई साहब जी, भाई दविंदर सिंह जी अते भाई हरदीप सिंह जी आली कला नगर वाले गुरु बाबा जी दे हजूरी कीर्तनीए गुरु की संगतां नूं अमृत बाणी का शब्द कीर्तन सरवण करवा के गए हैं। कीर्तन और कथा ये सतगुरु जी ने सुख दीआं दातां संसार नूं बख्शिश कीतियां हन। पार ब्रह्म हुआ सहाई, कथा कीर्तन सुखदाई। आत्मक सुख देण वालियां ये बख्शिशां धन श्री गुरु नानक देव साहिब महाराज जी ने साडे उत्ते कीतियां, संसार उत्ते कीतियां। गरीब नवाज सतगुरु जी रहमत कर रहे हैं। तो साध संगत जी गुरमुख प्यारियां ने वचन किया सी कि गुरु की संगतां की सेवा विच बेनती सांझी की जावे
कि आ रखड़ी दे दिन चल रहे हैं भी ਇਹਦਾ ਕੀ ਇਤਿਹਾਸ है, ਇਹਦਾ ਕੀ संबंध है ਸਾਡੇ ਨਾਲ। ਜਦੋਂ ਆਪਾਂ 10 ਹੀ ਗੁਰੂ ਸਾਹਿਬਾਂ ਦਾ ਇਤਿਹਾਸ ਪੜ੍ਹਦੇ ਹਾਂ, ਜਿਵੇਂ ਜਗਤ ਗੁਰੂ ਜੀ ਦਾ ਪਵਿੱਤਰ ਇਤਿਹਾਸ ਆਪਾਂ ਮੁੱਢ ਤੋਂ ਹੀ ਗੁਰੂ ਕੀ ਕਿਰਪਾ ਦੇ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਰੰਭ ਕੀਤਾ ਹੋਇਆ। ਪ੍ਰਕਾਸ਼ ਧਾਰਨ ਤੋਂ ਲੈ ਕੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਆਉਣ ਤੱਕ ਦਾ ਇਤਿਹਾਸ ਆਪਾਂ ਵਿਚਾਰ ਲਿਆ ਹੈ। ਇਹਦੇ ਵਿੱਚ ਇੰਨੇ ਇਤਿਹਾਸ ਵਿੱਚ ਹੁਣ ਤੀਕ ਤਾਂ ਕਿਤੇ ਰੱਖੜੀ ਦਾ ਜ਼ਿਕਰ ਨਹੀਂ ਆਇਆ। ਅਤੇ ਜਦੋਂ ਆਪਾਂ 10 ਹੀ ਪਾਤਸ਼ਾਹੀਆਂ ਦਾ ਸਾਰਾ ਇਤਿਹਾਸ ਪੜ੍ਹ ਲਈਏ ਤਾਂ ਸਾਡੇ ਇਤਿਹਾਸ ਵਿੱਚ ਰੱਖੜੀ ਦਾ ਕੋਈ ਜ਼ਿਕਰ ਨਹੀਂ ਆਉਂਦਾ। ਔਰ ਜਦੋਂ ਹੋਰ ਆਪਾਂ ਵੇਖਦੇ ਹਾਂ ਤੇ ਐਸਾ ਕਿਹਾ ਜਾਂਦਾ ਹੈ ਵੀ ਇਹ ਰੱਖੜੀ ਦਾ ਸੰਬੰਧ ਜਿਹੜਾ ਹੈ ਸਨਾਤਨ ਮਤ ਦੇ ਨਾਲ ਹੈ, ਹਿੰਦੂ ਧਰਮ ਦੇ ਵਿੱਚ ਹੈ। ਉਧਰ ਰਾਖੀ ਬੰਧਨ ਕਿਹਾ ਜਾਂਦਾ ਹੈ, ਰਾਖੀ ਬੰਧਨ, ਕਿ ਭੈਣ ਸਾਲ ਬਾਅਦ ਇੱਕ ਦਿਨ ਆਪਣੇ ਭਰਾ ਦੇ ਗੁੱਟ ਦੇ ਉੱਤੇ ਆ ਕੇ ਉਹ ਧਾਗਾ ਜਿਹਾ ਬੰਨ੍ਹਦੀ ਹੈ। ਉਸ ਧਾਗੇ ਨੂੰ ਫਿਰ ਬਾਜ਼ਾਰ ਦੇ ਵਿੱਚ ਵਾਹਵਾ ਸਜਾ ਦਿੱਤਾ ਜਾਂਦਾ ਹੈ, ਰੱਖੜੀ ਦਾ ਰੂਪ ਦੇ ਦਿੱਤਾ ਜਾਂਦਾ ਹੈ। ਉਹ ਵੇਚਦੇ ਹਨ, ਭੈਣ ਖਰੀਦ ਕੇ ਲਿਆ ਕਰਕੇ ਅਤੇ ਫਿਰ ਗੁੱਟ ਦੇ ਉੱਤੇ ਬੰਨ੍ਹਦੀ ਹੈ ਅਤੇ ਉਹਨੂੰ ਦੱਸਦੀ ਹੈ ਵੀ ਤੂੰ ਮੇਰਾ ਭਰਾ ਹੈ ਅਤੇ ਮੈਂ ਤੇਰੀ ਭੈਣ, ਕਿ ਤੂੰ ਚੇਤਾ ਰੱਖੀ ਤੂੰ ਮੇਰੀ ਰਾਖੀ ਕਰਨੀ ਆ। ਇਹ ਮੈਂ ਧਾਗਾ ਤੇਰੇ ਗੁੱਟ 'ਤੇ ਤਾਂ ਬੰਨ੍ਹਿਆ ਵੀ ਰੱਖੜੀ ਤਾਂ ਬੰਨ੍ਹੀ ਆ, ਤੂੰ ਮੇਰੀ ਰਾਖੀ ਕਰਨੀ ਆ, ਤੈਨੂੰ ਕਿਤੇ ਚੇਤਾ ਨਾ ਭੁੱਲ ਜਾਵੇ ਵੀ ਮੈਂ ਤੇਰੀ ਭੈਣ ਆ। ਰਾਖੀ ਬੰਧਨ ਸਨਾਤਨ ਮਤ ਵਿੱਚ ਇਹਨੂੰ ਕਿਹਾ ਜਾਂਦਾ ਹੈ। ਅਤੇ ਸਾਡੇ ਗੁਰੂ ਸਾਹਿਬਾਂ ਦੇ ਇਤਿਹਾਸ ਵਿੱਚ ਤੇ ਜੇ ਕੁਝ ਆਇਆ ਹੋਵੇ ਤਾਂ ਫਿਰ ਇਹਦੇ ਸੰਬੰਧ ਵਿੱਚ ਬੇਨਤੀ ਕੀਤੀ ਜਾਵੇ ਵੀ ਇਹਦਾ ਕੀ ਇਤਿਹਾਸ ਹੈ। ਕਈ ਕਹਿੰਦੇ ਜੀ ਅਸੀਂ ਤਾਂ ਫੋਟੋ ਵੇਖੀ ਹੈ, ਬੇਬੇ ਨਾਨਕੀ ਵੀ ਬਾਬਾ ਨਾਨਕ ਜੀ ਦੇ ਕਹਿੰਦੇ ਗੁੱਟ 'ਤੇ ਰੱਖੜੀ ਬੰਨ੍ਹਦੀ। ਉਹ ਰੱਖੜੀ ਵੇਚਣ ਵਾਲਿਆਂ ਨੇ ਫੋਟੋ ਬਣਾ ਦਿੱਤੀ, ਇਤਿਹਾਸ ਵਿੱਚ ਨਹੀਂ ਕਿਤੇ ਵੀ ਆਇਆ ਇਹ ਵੀ ਬੇਬੇ ਨਾਨਕੀ ਜੀ ਨੇ ਰੱਖੜੀ ਕਿਤੇ ਬੰਨ੍ਹੀ ਹੋਵੇ। ਅਤੇ ਉਂਝ ਜੇ ਵੇਖੀਏ ਸੰਸਾਰੀ ਤੌਰ 'ਤੇ, ਸਮਾਜਿਕ ਤੌਰ 'ਤੇ ਕੋਈ ਇਹ ਬਹੁਤਾ ਬੁਰਾ ਵੀ ਨਹੀਂ, ਇਹਦੇ ਵਿੱਚ ਕੋਈ ਘਾਟਾ ਵੀ, ਕੋਈ ਘਾਟਾ ਪੈਣ ਵਾਲੀ ਗੱਲ ਵੀ ਨਹੀਂ ਹੈ। ਕੋਈ ਸਮਾਜਿਕ ਰੀਤਾਂ ਰੋਹ ਰੀਤਾਂ ਹੁੰਦੀਆਂ, ਇਹਨੂੰ ਆਪਾਂ ਸਮਾਜਿਕ ਸਮਝ ਸਕਦੇ ਹਾਂ, ਸੰਸਾਰੀ ਰੋਹ ਰੀਤ ਸਮਝ ਸਕਦੇ ਹਾਂ ਕਿ ਇਹਦੇ ਵਿੱਚ ਨਾ ਲਾਭ ਹੈ ਅਤੇ ਨਾ ਘਾਟਾ। ਲਾਭ ਇੰਨਾ ਕੁ ਆ, ਚਲੋ ਸਾਲ ਬਾਅਦ ਕੋਈ ਭੈਣ ਆਪਣੇ ਭਰਾ ਨੂੰ ਆ ਕੇ ਉਹ ਬੰਨ੍ਹ ਦਿੰਦੀ ਅਤੇ ਇਹਨੇ ਨਾਲ ਕੋਈ ਉਹਨੂੰ ਸੂਟ ਲੈ ਦਿੰਦਾ ਹੋਊਗਾ ਇੱਕ ਅੱਧਾ, ਜਾਂ 1000-2000 ਰੁਪਈਆ ਦੇ ਦੇਊਗਾ ਭਰਾ। ਇਸ ਗੱਲੋਂ ਤਾਂ ਚੰਗੀ ਗੱਲ ਹੀ, ਉਂਝ ਭੈਣਾਂ ਨੂੰ ਦੇਣਾ ਹੀ ਚਾਹੀਦਾ। ਪਰ ਜਿਹੜੀ ਉਹ ਤਸਵੀਰ ਬਣਾਈ ਹੈ ਨਾ, ਉਹ ਇਤਿਹਾਸ ਵਿੱਚ ਨਹੀਂ ਕਿਤੇ ਵੀ ਆਇਆ। ਉਹ ਤਸਵੀਰਾਂ ਤਾਂ ਜਿਹੜੀਆਂ ਮਰਜ਼ੀ ਬਣਾ ਦਿੰਦੇ। ਤਸਵੀਰਾਂ ਦੇ ਵਿੱਚ ਤਾਂ ਜੋ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਬਣਾਉਂਦੇ ਆ, ਉਹਦੇ ਵਿੱਚ ਕਈ ਕੁਝ ਬਣਾ ਦਿੰਦੇ, ਆਪਣੀ ਮਰਜ਼ੀ ਦੇ ਨਾਲ ਹੀ ਬਣਾ ਦਿੰਦੇ ਨਾ ਉਹ ਸਾਰਾ ਕੁਝ। ਉਹ ਤਸਵੀਰਾਂ ਉੱਤੇ ਤੇ ਐਂ ਭਰਵੱਟੇ ਵੀ ਚੰਗੀ ਤਰ੍ਹਾਂ ਬਣਾਏ ਹੁੰਦੇ, ਉਹ ਜਿਵੇਂ ਆਪਦੇ ਬਣਾਉਂਦੇ ਉਸ ਤਰ੍ਹਾਂ ਦੇ ਗੁਰੂ ਸਾਹਿਬਾਂ ਦੇ ਬਣਾ ਦਿੰਦੇ। ਤਾਂ ਇਸ ਕਰਕੇ ਇਹਦਾ ਗੁਰਮਤ ਦੇ ਨਾਲ ਨਹੀਂ ਕੋਈ ਵੀ ਸੰਬੰਧ। ਇਹ ਸਮਾਜਿਕ ਰੋਹ ਰੀਤ ਆ। ਸਨਾਤਨ ਮਤ ਦੇ ਵਿੱਚ ਇਹਦਾ ਕੋਈ ਹੋਵੇ ਤਾਂ ਸ਼ਾਇਦ ਹੋਵੇ, ਉਹਨਾਂ ਵੀਰਾਂ ਨੂੰ ਪਤਾ ਹੋਵੇਗਾ, ਪਰ ਸਾਡੇ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਇਹਦਾ ਆਇਆ। ਸਾਨੂੰ ਜੋ ਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ ਉਹ ਇਹ ਹੈ ਕਿ ਗੁਰਸਿੱਖਾ ਤੂੰ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਹੈ, ਜਤ ਸਤ ਵਿੱਚ ਪਰਪੱਕ ਰਹਿਣਾ ਹੈ, ਅਤੇ ਆਪਣੀ ਪਤਨੀ ਤੋਂ ਬਿਨਾਂ ਬਾਕੀ ਸਾਰੇ ਸੰਸਾਰ ਦੀਆਂ ਧੀਆਂ ਭੈਣਾਂ ਉਹ ਤੇਰੀਆਂ ਭੈਣਾਂ, ਉਹ ਤੇਰੀਆਂ ਮਾਵਾਂ, ਉਹ ਤੇਰੀਆਂ ਧੀਆਂ ਦੇ ਸਮਾਨ ਹਨ। ਇਹ ਸਿੱਖਿਆ ਦਿੱਤੀ ਹੈ ਵੀ ਇਕੱਲੀ ਤੇਰੀ ਉਹੀ ਭੈਣ ਨਹੀਂ ਜਿਹੜੀ ਘਰ ਦੇ ਵਿੱਚ ਹੈ, ਬਾਕੀ ਵੀ ਸਭ ਨੂੰ ਤੂੰ ਭੈਣਾਂ ਸਮਝਣਾ। ਸਾਨੂੰ ਇਹ ਸਿੱਖਿਆ ਦਿੱਤੀ ਹੈ ਗੁਰਮਤਿ ਨੇ, ਵੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੈ। ਅਤੇ ਭੈਣਾਂ ਨੂੰ ਵੀ ਇਹੀ ਸਿੱਖਿਆ ਹੈ ਕਿ ਆਪਣੇ ਪਤੀ ਤੋਂ ਬਿਨਾਂ ਬਾਕੀ ਜਿੰਨੇ ਵੱਡੇ ਬਜ਼ੁਰਗ ਆ ਉਹਨਾਂ ਨੂੰ ਪਿਤਾ ਦੇ ਸਮਾਨ ਸਮਝਣਾ, ਹਾਣਦਿਆਂ ਨੂੰ ਭਰਾ ਸਮਾਨ ਸਮਝਣਾ ਅਤੇ ਛੋਟਿਆਂ ਨੂੰ ਪੁੱਤਰਾਂ ਸਮਾਨ ਸਮਝਣਾ।
तो इस तरह है साध संगत जी। भाई साहब जी उन्होंने ने कल भी बचन किया ही भी इत्थे कहिंदे भी गोलक दे नाल ते इत्थे जंगलियां दे नाल बहुत रखड़ियां बज रहीआं ते कहिंदे इहदा दसो भी इहदा की है। ये तो साध संगत जी आपदी फिर भावना दे नाल ही प्रेम दे नाल ही बन्नी जाते ना भी चलो आपां जंगले नाल ही बन आउणे जाके गुरु के दरबार दे। इस करके होर तां इहदा कोई खास नहीं, महाराज चरनां च अरदास कीती जा सकती है कि सतगुरु साडे भरावां नूं साडे परिवार नूं अपनी सिੱਖੀ ਦੀ ਦਾਤ बख्शो ते उन्हां नूं तंदुरुस्ती बख्शो, नशियां विशियां तो बचा के रखो ते धन श्री गुरु नानक देव साहब महाराज आप साडे परिवार दे सिर ते मेहर भरिया हत्थ रखो। भैणां अपने वीरां दी सुख मंगदियां, अपने परिवार की हर कोई सुख मंगदा, पर गुरु साहब जी सारे संसार की सुख मंगदे, सारे सिखां की सुख मंगदे। सुखी बसै मोरो परिवारा, सेवक सिख सभै करतारा। बाकी ये वेखो वेखी हुंदा है। और जंगले नाल रखड़ी बन्नण दा की संबंध है? जंगले नाल ते कोई नहीं। जे इत्थे ये रीति रिवाज हुंदा है, कोई किसी थां ते बन्नण लग पैंदा, कोई निशान साहिब दे आले दुआले बन्नण लग पैंदा, कोई जंगले नाल कुर बेईरी साहिब दे आले दुआले बन्नण लग पैंदा। वो सिर्फ अपने प्यार दे विच ही भी चलो बाबा जी दा स्थान है, जिथे किते थां मिले उत्थे बन्न दईए। कई महाराज दे पलंगे दे नाल बन जाते हुंदे, वड्डे इतिहासक स्थानां ते चलो अगे जंगले लगे हुंदे नहीं कोई आउण दिंदा, पर पिंडां दे विच महाराज दे पलंगे नाल ही थल्ले बन वड़ चल जांदे। वो इस तरह चली चलाई जाता। तो हर एक नूं तां रोकिया नहीं ना जा सकता। रोकण वाला फिर कल्ले कल्ले ना सवेर तो शाम तक लड़दा ही रहे। समझाउणा दसना होर गल हुंदी है, ते अजकल सुणदा कौन है किसी दी? जिन्हों दसेगा वो कहंदा मैनूं पता वा, मैं फोटो वेखी कहंदे बाबे नानक ने भी रखड़ी बन्नी है। वो अगला लड़न नूं आऊगा जे उहनूं दसो तो कि नहीं भाई इहदे च साडा इतिहास की कोई गल नहीं। इस करके मन मर्जियां बहुत होंदियां, कली एक नहीं। बहुत थावां ते गुरुद्वारे साहिबां विच इस तरह का रीति रिवाज चलिया पिया है कि ग्रंथी सिंह नितनेम करके समाप्ति करके जदों घर नूं चले जांदा ना ते सूरज चढ़े फिर कई आउंदे इशनान करके मत्था टेकण, वो नमस्कार करके फिर रमाला चुकणगे महाराज दा ते दर्शन करनगे। बहुते पिंडां च बहुते गुरुद्वारियां च ये रीति रिवाज चलिया होया जिहड़े मन मत है। सो इस करके वो मत्था टेक के ते फिर ये नहीं कि ताबिया बैठ के मुख वाक पढ़ना है। ताबिया बैठ के बाणी कोई भी पढ़ सकता जिन्हें संथ्या की है, जिहड़ा गुरबाणी पढ़ सकता, पर वो तुरे जांदे ही बस इंज रमाला चुक के झाती मार के फिर रमाला उत्ते दे देना। तो माइयां खास करके माइयां कहिंदे भी असीं ना महाराज दा दर्शन करना। ये दर्शन नहीं, ये बेअदबी आ। दर्शन ये आ भी जो ग्रंथी सिंह बाणी पढ़दा उदों नमस्कार करके चौंकड़ा मार के बाणी सुनी जाए तो सामने दर्शन हो रहे, क्योंकि वो पिंड दे विच हुंदा ना। फिर हर कोई कहिंदा भी मेरा इत्थे हर एक मेरा अपना हक है बनदा। हक तो हर एक दा ही है गुरु दे उत्ते, नहीं भी किसी का हक वध है तो किसी का घट है, पर मर्यादा भी तो कोई हुंदी है ना। जिस मौके ते मुख वाक हो रहा है, जो महाराज का प्रकाश हो रहा, प्रकाश की सेवा च सारी संगत भावें हाजिर हो जाए, उस मौके ते आपां हत्थ जोड़ के खलोते ही हुंदे जो महाराज का प्रकाश हुंदा। पर जिस वेले मुख वाक हो रहा हुंदा उदों नमस्कार करके बैठ के मुख वाक सुनीदा, उदों बह के बाणी सुनी दी। ते जिहड़ा बाणी पढ़ सकदा है कोई भी माई भाई, वो बैठ करके प्रेम दे नाल, वो भी उहदा लिबास भी सही होवे, उन्हें संथ्या की होवे तो फिर ताबिया बैठ के वो गुरबाणी पढ़ सकता है। भावें एक शब्द पढ़े, भावें जिन्ना चिर उहदा जी करदा उन्ना चिर बह के बाणी पढ़े। पर जिहड़ा कल्ले कल्ले ने वारी वारी आउणा है तिरमाला चुक के कि इस तरह दर्शन करदे, अपनियां चलाइयां होइयां मनमत्तां हन। इस तरह गुरु साहिब का सत्कार नहीं है। कईयां नूं फिर रमाला साहिब उत्ते देण दा पता भी नहीं हुंदा, वो चुक लैंदे मुड़ के विंगा टेढ़ा करके गांह जांदे। तो इस तरीके दे नाल बहुत कुछ इस तरह का जिथे कोई नहीं पता है संगतां नूं उत्थे इस तरह चली चलाई जांदा कईयां थावां दे उत्ते। ते कई फिर सुणदे भी नहीं गे। वो पिंड वाले जी भाई साहब जी दसन भी इस तरह नहीं भाई करीदा हुंदा। वो कहिंदे असीं ते दर्शन करन आउणे, तूं किवें सानूं डक लवेंगा। वो फिर कहिंदा भी आप मैं जरूर आपकी ड्यूटी गवाउणी है,
ਐ ਵੀ ਆਪਾਂ ਨੂੰ ਤਨਖਾਹ ਮਿਲਦੀ ਹੈ, ਜਿਵੇਂ ਮਰਜ਼ੀ ਕਰੀ ਜਾਣ ਕਈ। ਫਿਰ ਇਸ ਤਰ੍ਹਾਂ ਤੇ ਜਿਹੜਾ ਫਿਰ ਪਹਿਰਾ ਦੇਣ ਵਾਲਾ ਉਹ ਕਹਿੰਦਾ ਵੀ ਨਹੀਂ ਭਾਈ, ਇਸ ਤਰ੍ਹਾਂ ਮੈਂ ਨਹੀਂ ਤੁਹਾਨੂੰ ਕਰਨ ਦਿੰਦਾ, ਤੁਸੀਂ ਮਹਾਰਾਜ ਦੀ ਬੇਅਦਬੀ ਕਰਦੇ। ਹੋਰ ਵੀ ਬਹੁਤ ਕੁਝ ਹੈ, ਆਪਣਾ ਸਮਾਂ ਹੀ ਇੱਧਰ ਲੰਘ ਜਾਣਾ। ਆਪਾਂ ਗੁਰੂ ਸਾਹਿਬ ਦੇ ਇਤਿਹਾਸ ਦੇ ਦਰਸ਼ਨ ਕਰੀਏ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਮੰਗਣਾ ਹੋਇਆ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ। ਸ਼ਗਨ ਆਇਆ ਹੈ ਪੱਖੋ ਕੇ ਰੰਧਾਵਿਆਂ ਦੇ ਪਟਵਾਰੀ ਬਾਬਾ ਮੂਲ ਚੰਦ ਜੀ ਦੀ ਸਪੁੱਤਰੀ ਦਾ, ਮਾਤਾ ਸੁਲੱਖਣੀ ਜੀ ਦਾ। ਲਾਗੀ ਲੈ ਕੇ ਆਏ ਆ। ਉਹਨਾਂ ਦਿਨਾਂ ਵਿੱਚ ਇਹ ਸੀ ਮਰਿਆਦਾ, ਲਾਗੀ ਹੀ ਆ ਕਰਕੇ ਵੇਖ ਜਾਂਦੇ ਸੀ, ਲਾਗੀ ਆ ਕਰਕੇ ਹੀ ਸ਼ਗਨ ਪਾ ਜਾਂਦੇ ਸਨ। ਪਰਿਵਾਰ ਵੀ ਜੇ ਆਉਣਾ ਚਾਹਵੇ ਤੇ ਆ ਜਾਂਦਾ ਸੀ, ਪਰ ਜ਼ਿਆਦਾਤਰ ਲਾਗੀਆਂ ਨੂੰ ਹੀ ਭੇਜ ਦਿੰਦੇ ਸੀ। ਉਹਨਾਂ ਨੇ ਲਾਗੀ ਭੇਜੇ ਅਤੇ ਬਾਬਾ ਜੀ ਨੂੰ ਉਹਨਾਂ ਨੇ ਸ਼ਗਨ ਲਾਇਆ। ਫਿਰ ਇੱਧਰੋਂ ਬੇਬੇ ਨਾਨਕੀ ਜੀ, ਭਾਈਆ ਜੈ ਰਾਮ ਜੀ, ਉਹਨਾਂ ਦੇ ਪਿਤਾ ਜੀ ਬਾਬਾ ਪਰਮਾਨੰਦ ਜੀ, ਉਹਨਾਂ ਨੇ ਤਾਂ ਸਾਰੀਆਂ ਖੁਸ਼ੀਆਂ ਮਨਾਈਆਂ ਇੱਥੇ ਆਪਣੇ ਘਰ ਵਿੱਚ ਜਦੋਂ ਸ਼ਗਨ ਲੱਗਾ। ਫਿਰ ਇੱਕ ਆਦਮੀ ਨੂੰ ਭੇਜਿਆ ਰਾਏ ਭੋਏ ਦੀ ਤਲਵੰਡੀ ਕਿ ਤੁਸੀਂ ਸ੍ਰੀ ਨਾਨਕ ਜੀ ਦੇ ਮਾਤਾ ਪਿਤਾ ਜੀ ਨੂੰ ਵੀ ਜਾ ਕੇ ਦੱਸੋ, ਅਤੇ ਨਾਲੇ ਉਹਨਾਂ ਨੂੰ ਕਹੋ ਵੀ ਤੁਸੀਂ ਆਓ ਇੱਥੇ ਸੁਲਤਾਨਪੁਰ ਲੋਧੀ, ਆਪਾਂ ਉੱਧਰ ਵੀ ਜਾਣਾ। ਤੇ ਜਦੋਂ ਜਾ ਕਰਕੇ ਖਬਰ ਸੁਣਾਈ ਤੇ ਧੰਨ ਮਾਤਾ ਤ੍ਰਿਪਤਾ ਜੀ, ਖੁਸ਼ੀ ਇੰਨੀ ਹੈ ਕਿ ਅੰਗਾਂ ਵਿੱਚ ਨਹੀਂ ਸਮਾਉਂਦੇ। ਅੰਦਰ ਜਾ ਕਰਕੇ ਮਿੱਠਾ ਲਿਆਂਦਾ ਤੇ ਜਿਹਨੇ ਖਬਰ ਸੁਣਾਈ ਉਹਦੇ ਮੂੰਹ 'ਚ ਪਾ ਕੇ ਸਾਰਾ ਮੂੰਹ ਹੀ ਭਰ ਦਿੱਤਾ। ਮਾਤਾ ਕਹਿੰਦੇ ਬਲਿਹਾਰ ਜਾਵਾਂ ਤੇਰੇ ਤੋਂ ਮੈਂ ਵਾਰ-ਵਾਰ ਇਹੋ ਜਿਹੀ ਖਬਰ ਸੁਣਾਉਣ ਵਾਲਿਆ, ਇਹ ਖੁਸ਼ੀ ਦੀ ਖਬਰ ਸੁਣਾਉਣ ਵਾਲਿਆ। 5 ਰੁਪਈਏ ਫਿਰ ਦਿੱਤੇ ਮਾਤਾ ਜੀ ਨੇ, ਨਾਲੇ ਬਸਤਰ ਦਿੱਤੇ। ਆਂਢਣਾ ਗੁਆਂਢਣਾ ਨੂੰ, ਬੇਦੀ ਕੁਲ ਵਾਲੇ ਸਾਰੇ ਮਾਈਆਂ ਨੂੰ ਸੱਦਿਆ। ਉਹਨਾਂ ਨੇ ਆ ਕਰਕੇ ਘਰ ਦੇ ਵਿੱਚ ਫਿਰ ਮੰਗਲਾਚਾਰ ਕੀਤਾ, ਖੁਸ਼ੀ ਦੇ ਗੀਤ ਗਾਏ, ਸੱਭਿਅਕ ਗੀਤ ਗਾਏ। ਪਿਤਾ ਮਹਿਤਾ ਕਲਿਆਣ ਚੰਦ ਜੀ ਨੂੰ ਜਦੋਂ ਪਤਾ ਲੱਗਾ ਕਿ ਮੇਰੇ ਪੁੱਤਰ ਸ੍ਰੀ ਨਾਨਕ ਜੀ ਦਾ ਮੰਗਣਾ ਹੋਇਆ, ਉਹਨਾਂ ਨੂੰ ਇੰਨੀ ਖੁਸ਼ੀ ਹੋਈ ਹੈ, ਜਾਣੋ ਜਿਵੇਂ ਕਹਿੰਦੇ ਵੀ ਬੱਦਲਾਂ ਨੂੰ ਵੇਖ ਕਰਕੇ ਮੋਰ ਪਹਿਲਾਂ ਪਾਉਂਦਾ ਹੈ। ਇੰਨੀ ਪ੍ਰਸੰਨਤਾ ਪਿਤਾ ਜੀ ਨੂੰ ਹੋਈ, ਵਧਾਈਆਂ ਮਿਲਣ ਲੱਗ ਪਈਆਂ। ਸਾਰੇ ਭਾਈਚਾਰਾ ਇਕੱਠਾ ਹੋਇਆ। ਉਹਨਾਂ ਨੇ ਆਖਿਆ ਵੀ ਸ੍ਰੀ ਨਾਨਕ ਜੀ ਤਾਂ ਅਵਤਾਰ ਆਏ ਆ ਸਾਡੇ ਘਰ ਦੇ ਵਿੱਚ। ਇਸ ਤਰ੍ਹਾਂ ਸ਼ਰੀਕੇ ਭਾਈਚਾਰੇ ਨੇ ਗੁਣ ਗਾਏ ਤੇ ਹੋਰ ਵੀ ਕੁਝ ਗੱਲਾਂ ਕਹਿ ਰਹੇ ਆ, ਉਹ ਅੱਗੇ ਆ ਰਹੀਆਂ। ਸ਼ਰਧਾ ਭਾਵਨਾ ਸਹਿਤ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆਂ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੇ ਜੋ ਬੇਦੀ ਭਾਈਚਾਰਾ ਇਕੱਠਾ ਹੋਇਆ ਨਾ, ਆਂਢੀ ਗੁਆਂਢੀ ਇਕੱਠੇ ਹੋਏ ਆ ਮਹਿਤਾ ਕਲਿਆਣ ਚੰਦ ਜੀ ਦੇ ਘਰ ਦੇ ਵਿੱਚ ਰਾਏ ਭੋਏ ਦੀ ਤਲਵੰਡੀ। ਉਹ ਕਹਿ ਰਹੇ ਆ ਵੀ ਇਹ ਧਰਮ ਦਾ ਸੰਬੰਧ ਹੋਇਆ, ਇਹ ਜਿਹੜਾ ਰਿਸ਼ਤਾ ਹੋਇਆ ਹੈ ਨਾ, ਸੰਬੰਧ ਹੋਇਆ, ਇਹ ਪੁੰਨ ਦਾ ਸੰਬੰਧ ਹੋਇਆ, ਵੀ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਕੀਤਾ। ਕਿਉਂਕਿ ਇਸ ਤਰ੍ਹਾਂ ਵੀ ਰਿਸ਼ਤੇ ਹੁੰਦੇ ਆ, ਪੈਸੇ ਦੇ ਕਰਕੇ ਵੀ ਰਿਸ਼ਤੇ ਹੁੰਦੇ ਆ, ਪਰ ਇਹ ਪੁੰਨ ਵੱਟੇ ਹੋਇਆ ਸੰਬੰਧ, ਇਹ ਧਰਮ ਦਾ ਸੰਬੰਧ ਹੋਇਆ ਹੈ। ਕਹਿੰਦੇ ਬੇਦੀਆਂ ਦੀ ਕੁਲ ਦੇ ਵਿੱਚ ਜੋ ਇਹ ਸ੍ਰੀ ਨਾਨਕ ਜੀ ਪ੍ਰਗਟ ਹੋਏ ਹਨ, ਕਹਿੰਦੇ ਜੋ ਇਹ ਬਾਬਾ ਕਾਲੂ ਜੀ ਦਾ ਪੁੱਤਰ ਹੈ ਨਾ, ਇਹ ਸੱਚ ਦੇ ਨਾਲ ਮਿਲਿਆ ਹੋਇਆ ਹੈ, ਸੱਚ ਨੂੰ ਧਾਰਨ ਵਾਲਾ ਹੈ, ਸੱਚ ਸਰੂਪ ਹੈ, ਜਿਸ ਨੇ ਸਾਡੀ ਬੇਦੀ ਕੁਲ ਸਾਰੀ ਪਵਿੱਤਰ ਕਰ ਦਿੱਤੀ ਹੈ, ਜਿਸ ਨੇ ਸਾਡੀ ਬੇਦੀ ਕੁਲ ਨੂੰ ਨਿਰਮਲ ਕਰ ਦਿੱਤਾ ਹੈ। ਔਰ ਇਹ ਸੱਚਾਈ ਹੈ ਸਾਧ ਸੰਗਤ ਜੀ। ਜੇ ਬੇਦੀ ਕੁਲ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨਾ ਪ੍ਰਗਟ ਹੁੰਦੇ ਤੇ ਅੱਜ ਬੇਦੀ ਕੁਲ ਇੰਨੀ ਸੰਸਾਰ ਦੇ ਤਲ ਤੇ ਪ੍ਰਗਟ ਨਾ ਹੁੰਦੀ। ਬੇਦੀ ਕੁਲ ਮਹਾਨ ਹੋ ਗਈ, ਇਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰਕਾਸ਼ ਧਾਰਿਆ। ਤਾਂ ਹੀ ਬਾਣੀ 'ਚ ਆਖਿਆ ਕਿ ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਤਾਂ ਹੀ ਕਲਗੀਧਰ ਪਾਤਸ਼ਾਹ ਨੇ ਆਖਿਆ ਤਿੰਨ ਬੇਦੀਆਂ ਕੀ ਕੁਲ ਵੇਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਾਏ ਜਹ ਤਹ ਭਏ ਸਹਾਏ। ਕਹਿੰਦੇ ਸਾਡੀ ਬੇਦੀਆਂ ਦੀ ਕੁਲ, ਸਾਡੇ ਬੇਦੀਆਂ ਦਾ ਖਾਨਦਾਨ ਹੀ ਪਵਿੱਤਰ ਕਰ ਦਿੱਤਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਨਾਨਕੇ, ਜੋ ਨਾਨਕਾ ਪਿੰਡ ਹੈ, ਉੱਥੇ ਵੀ ਆਦਮੀ ਭੇਜਿਆ ਹੈ ਉਹਨਾਂ ਨੂੰ ਖਬਰ ਦੇਣ ਵਾਸਤੇ ਤੇ ਨਾਲੇ ਉਹਨਾਂ ਨੂੰ ਸੱਦਣ ਵਾਸਤੇ।
ਵੀ ਨਾਨਕਾ ਪਰਿਵਾਰ ਵੀ ਇੱਥੇ ਰਾਏ ਭੋਏ ਦੀ ਤਲਵੰਡੀ ਆਵੇ। ਉੱਥੇ ਭੇਜਿਆ ਆਪਣੇ ਆਦਮੀ ਨੂੰ, ਪਿਤਾ ਮਹਿਤਾ ਕਲਿਆਣ ਚੰਦ ਜੀ, ਵੀ ਨਾਨਕਾ ਪਰਿਵਾਰ ਆਵੇ। ਇਹ ਸਾਧ ਸੰਗਤ ਜੀ ਲਾਹੌਰ ਤੋਂ ਇਲਾਕੇ, ਉਸੇ ਇਲਾਕੇ ਦੇ ਵਿੱਚ ਹੀ 8 ਮੀਲ ਦੀ ਦੂਰੀ ਦੇ ਉੱਤੇ ਚਾਹਲ ਪਿੰਡ ਪੈਂਦਾ ਹੈ। ਚਾਹਲ ਪਿੰਡ ਇਹ ਸਤਿਕਾਰਯੋਗ ਮਹਿਤਾ ਕਲਿਆਣ ਚੰਦ ਜੀ ਉਹਨਾਂ ਦਾ ਇਹ ਸਹੁਰਾ ਨਗਰ ਹੈ, ਤੇ ਧੰਨ ਮਾਤਾ ਤ੍ਰਿਪਤਾ ਜੀ ਦਾ ਇਹ ਪੇਕਾ ਪਿੰਡ ਹੈ, ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਨਾਨਕਾ ਨਗਰ ਹੈ ਚਾਹਲ ਪਿੰਡ। ਯਾਦ ਰੱਖਣਾ ਚਾਹੀਦਾ ਹੈ ਸਾਧ ਸੰਗਤ ਜੀ, ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ, ਪੁੱਛਣਾ ਵੀ ਚਾਹੀਦਾ ਵੀ ਦੱਸੋ ਭਾਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਨਾਨਕੇ ਕਿਹੜੇ ਪਿੰਡ ਵਿੱਚ ਸੀ। ਫਿਰ ਉਹ ਆਪੇ ਦੱਸਣਗੇ। ਜਦੋਂ ਘਰੇ ਆਪਾਂ ਆਪਣੇ ਬੱਚਿਆਂ ਨੂੰ ਪੁੱਛਾਂਗੇ, ਆਪਣੇ ਪੋਤਰਿਆਂ ਨੂੰ, ਆਪਣੇ ਦੋਹਤਿਆਂ ਨੂੰ, ਜਿਹੜੇ ਵੀ ਘਰ ਦੇ ਵਿੱਚ ਹਨ, ਉਹਨਾਂ ਨੂੰ ਪੁੱਛਣਾ ਚਾਹੀਦਾ ਇਹੋ ਜਿਹੀਆਂ ਗੱਲਾਂ, ਨਾਲੇ ਸਾਨੂੰ ਯਾਦ ਰਹਿਣਗੀਆਂ, ਨਾਲੇ ਉਹਨਾਂ ਨੂੰ ਚੇਤੇ ਹੋਣਗੀਆਂ। ਤਾਂ ਚਾਹਲ ਪਿੰਡ ਹੈ, ਥਾਣਾ ਬਰਕੀ ਲੱਗਦਾ ਉਸ ਨੂੰ। ਤੋ ਮਹਾਰਾਜ ਸਾਹਿਬ ਜੀ ਦੇ ਨਾਨਕੇ ਪਿੰਡ ਦੇ ਵਿੱਚ, ਚਾਹਲ ਪਿੰਡ ਦੇ ਵਿੱਚ ਖਬਰ ਭੇਜੀ ਹੈ। ਹਾਂਜੀ, ਛੇਤੀ ਦੇ ਨਾਲ ਉਹ ਵੀ ਫਿਰ ਚੱਲ ਕੇ ਆ ਗਏ ਰਾਏ ਭੋਏ ਦੀ ਤਲਵੰਡੀ। ਜੋ ਉਹਨਾਂ ਨੇ ਕਹਿੰਦੇ ਵੀ ਇੱਥੇ ਸ਼ਗਨ ਦੇ ਉੱਤੇ ਜੋ ਥੈਲੀ, ਜੋ ਰੁਪਈਏ ਖਰਚਣੇ ਸੀ ਨਾ, ਉਹ ਲਾਗ ਲੈ ਕਰਕੇ ਆ ਗਏ। ਹੁਣ ਦੱਸਦੇ ਆ ਵੀ ਕੌਣ ਕੌਣ ਆਇਆ ਨਾਨਕੇ ਪਿੰਡ ਦੇ ਵਿੱਚੋਂ, ਨਾਨਕੇ ਪਰਿਵਾਰ ਵਿੱਚੋਂ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਨਾ ਜੀ, ਜਨਨੀ ਪਿਤ ਭਾਵ ਮਾਤਾ ਦੇ ਪਿਤਾ। ਜਨਨੀ ਕਹਿੰਦੇ ਮਾਤਾ ਨੂੰ, ਪਿਤ ਉਹਨਾਂ ਦੇ ਪਿਤਾ, ਸਿੱਧਾ ਕਹਿ ਦਈਏ ਵੀ ਨਾਨਾ ਜੀ। ਉਹਨਾਂ ਦਾ ਨਾਮ ਸੀ ਬਾਬਾ ਰਾਮਾ ਜੀ। ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਨਾਨਾ ਜੀ ਬਾਬਾ ਰਾਮਾ ਜੀ, ਤੇ ਸ੍ਰੇਸ਼ਟ ਮਾਮਾ ਜੀ ਹਨ ਗੁਰੂ ਸਾਹਿਬ ਜੀ ਦੇ। ਉਹਨਾਂ ਦਾ ਨਾਮ ਹੈ ਕ੍ਰਿਸ਼ਨਾ, ਸਤਿਕਾਰਯੋਗ ਬਾਬਾ ਕ੍ਰਿਸ਼ਨਾ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਮਾਮਾ ਜੀ ਹਨ, ਮਾਤਾ ਤ੍ਰਿਪਤਾ ਜੀ ਦੇ ਭਰਾਤਾ ਹਨ। ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਨੀ ਮਾਤਾ ਜੀ, ਉਹਨਾਂ ਦਾ ਨਾਮ ਹੈ ਮਾਤਾ ਪਿਰਾਈ। ਉਂਝ ਇਹ ਪਿਰਾਈ ਨਾਮ ਕਈ ਆਏ ਆ ਇਤਿਹਾਸ ਦੇ ਵਿੱਚ, ਹੋਰ ਵੀ ਥਾਵਾਂ ਤੇ ਆਉਂਦੇ ਹਨ। ਇੱਥੇ ਮਹਾਰਾਜ ਸਾਹਿਬ ਜੀ ਦੇ ਪੂਜਨੀਕ ਸਤਿਕਾਰਯੋਗ ਨਾਨੀ ਮਾਤਾ ਜੀ ਦਾ ਨਾਮ ਹੈ, ਨਾਨੀ ਮਾਤਾ ਪਿਰਾਈ ਜੀ। ਤਾਂ ਇਸ ਤਰ੍ਹਾਂ ਕਹਿੰਦੇ ਸ਼ਗਨ ਦਾ ਜਦੋਂ ਇਹ ਸਾਰੀ ਖੁਸ਼ੀ ਦੀ ਖਬਰ ਸੁਣੀ ਨਾ, ਤੇ ਭਲੀ ਪ੍ਰਕਾਰ ਚੰਗੀ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਸਾਰੇ ਆ ਗਏ ਹਨ। ਮਿਲ ਕੇ ਸਾਰਿਆਂ ਨੇ ਪਹਿਲਾਂ ਤੇ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਖੁਸ਼ੀ ਮਨਾਈ। ਨਾਨਕਾ ਪਰਿਵਾਰ ਪਹਿਲਾਂ ਇੱਥੇ ਆਇਆ ਰਾਏ ਭੋਏ ਦੀ ਤਲਵੰਡੀ ਵਿੱਚ, ਉੱਥੇ ਸਾਰਿਆਂ ਨੇ ਮਿਲ ਕੇ ਬਹੁਤਾ ਉਤਸਵ ਕੀਤਾ ਹੈ। ਤੇ ਖੁਸ਼ ਹੋ ਕਰਕੇ ਜਿਹੜੀ ਕੁਲ ਦੀ ਰੀਤੀ ਸੀ ਨਾ, ਜੋ ਖਾਨਦਾਨ ਦੀ ਰੀਤੀ ਚੱਲਦੀ ਸੀ, ਉਹ ਸਾਰੀ ਪੂਰੀ ਕੀਤੀ ਹੈ। ਫਿਰ ਜਦੋਂ ਸਾਰੇ ਖੁਸ਼ੀ ਮਨਾ ਰਹੇ ਸੀ ਨਾ ਘਰ ਵਿੱਚ, ਸਾਰਿਆਂ ਨੂੰ ਮਿਲ ਕਰਕੇ ਮਹਿਤਾ ਕਲਿਆਣ ਚੰਦ ਜੀ ਬੋਲੇ। ਕਹਿੰਦਾ ਹੈ, ਪਿਤਾ ਜੀ ਕਹਿੰਦੇ ਆ ਕਿ ਹੁਣ ਦੇਰੀ ਨਾ ਕਰੋ, ਸਾਰੇ ਤਿਆਰੀ ਵਟੋ ਤੇ ਆਪਾਂ ਛੇਤੀ ਸੁਲਤਾਨਪੁਰ ਚੱਲ ਗਏ। ਹੁਣ ਚੱਲ ਗਏ ਆਪਾਂ ਉੱਥੇ, ਤੇ ਜਾ ਕੇ ਉੱਥੇ ਰੁਪਈਏ ਖਰਚ ਗਏ, ਧਨ ਦੀਆਂ ਥੈਲੀਆਂ ਖਰਚ ਗਏ। ਹੁਣ ਪੁੱਤਰ ਦੇ ਸ਼ਗਨ ਤੇ ਛੇਤੀ ਨਾਲ ਰਸਤੇ ਤੇ ਪੈਰ ਪਾਈਏ ਤੇ ਪਹੁੰਚ ਗਏ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਇਸ ਤਰ੍ਹਾਂ ਕਹਿ ਕਰਕੇ ਸਾਰੀ ਸਮੱਗਰੀ ਜਿਹੜੀ ਹੈ ਨਾ, ਜੋ ਚਾਹੀਦੀ ਸੀ, ਉਹ ਸਾਰੀ ਸਮੱਗਰੀ ਲੈ ਕੇ ਸੰਭਾਲ ਲਈ ਹੈ ਨਾਲ। ਤੇ ਗੱਡੇ ਦੇ ਅੱਗੇ 2 ਬਲਦ ਜੋੜ ਲਏ ਆ, ਭਾਰੀ। ਭਾਰੀ ਤੋਂ ਭਾਵ ਤਾਕਤਵਰ, ਚੰਗੇ ਜਿਹੜੇ ਆ ਨਾ, ਬੰਨਾਂ ਵਾਲੇ ਤਾਕਤਵਰ ਜਿਹੜੇ ਬਲਦ ਹਨ, ਰਾਜੀ, ਉਹਨਾਂ ਨੂੰ ਗੱਡੇ ਦੇ ਅੱਗੇ ਜੋੜ ਲਿਆ। 2 ਬਲਦਾਂ ਵਾਲਾ ਜਿਹੜਾ ਗੱਡਾ ਹੁੰਦਾ ਸੀ ਪਿਛਲੇ ਸਮੇਂ 'ਚ, ਥੋੜ੍ਹੇ ਸਮੇਂ ਪਹਿਲੋਂ ਵੀ 2 ਬਲਦਾਂ ਵਾਲੇ ਕਈਆਂ ਕੋਲੇ ਹੁੰਦੇ ਸੀ, ਹੁਣ ਤੇ ਇੱਕ ਵਾਲਾ ਹੀ ਹੈ, ਕਿਉਂਕਿ ਹੁਣ ਪੱਠੇ ਘੱਟ ਪਾਉਂਦੇ, ਪੱਠੇ ਕੌਣ ਪਾਵੇ। ਉਹ 2 ਬਲਦਾਂ ਵਾਲਾ
ਗੱਡਾ ਜਿਹੜਾ ਸੀ ਉਹ ਜੋੜ ਲਿਆ ਹੈ। ਇਸ ਕਰਕੇ ਪਿਤਾ ਮਹਾਰਾਜ ਸਾਹਿਬ ਜੀ ਦੇ ਸਤਿਕਾਰਯੋਗ ਬਾਬਾ ਕਾਲੂ ਜੀ, ਉਹਨਾਂ ਦੇ ਦੋਵੇਂ ਨਾਮ ਹੀ ਆਉਂਦੇ ਆ, ਮਹਿਤਾ ਕਲਿਆਣ ਚੰਦ ਜੀ ਤੇ ਦੂਸਰਾ ਨਾਮ ਹੈ ਬਾਬਾ ਕਾਲੂ ਜੀ। ਮਹਿਤਾ ਕਲਿਆਣ ਚੰਦ ਜੀ ਤੇ ਉਹਨਾਂ ਦੇ ਛੋਟੇ ਭਾਈ ਬਾਬਾ ਲਾਲੂ ਜੀ, ਇਹਨਾਂ ਨੇ ਤਿਆਰੀ ਕੀਤੀ ਹੈ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਗੁਣਾਂ ਨੂੰ ਉਚਾਰ ਰਹੇ ਹਨ, ਬੋਲ ਰਹੇ ਹਨ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸਾਰਿਆਂ ਦੇ ਮਨਾਂ ਵਿੱਚ ਲਾਲਸਾ ਜਾਗੀ ਹੈ। ਜਿਵੇਂ ਕਹਿੰਦੇ ਭੌਰਾ ਕਮਲ ਫੁੱਲ ਦਾ ਪ੍ਰੇਮੀ ਹੁੰਦਾ ਹੈ, ਉਹਦੇ ਤੇ ਬੈਠਣ ਦਾ, ਸੁਗੰਧੀ ਲੈਣ ਦਾ। ਜਦੋਂ ਸੁਲਤਾਨਪੁਰ ਵੱਲ ਨੂੰ ਚੱਲੇ ਹਨ ਰਾਏ ਭੋਏ ਦੀ ਤਲਵੰਡੀ ਤੋਂ, ਸਾਰੀ ਗਿਣਤੀ ਕਿੰਨੀ ਹੈ ਚੱਲਣ ਵਾਲਿਆਂ ਦੀ? ਇਹ ਨਾਨਕੇ ਦਾਦਕੇ ਜਿੰਨੇ ਇਕੱਠੇ ਹੋ ਕੇ ਚੱਲੇ ਆ, ਦੋ ਪਰਿਵਾਰ, ਦੁਆਦਸ, 10 ਕਹਿੰਦੇ 10 ਨੂੰ ਤੇ ਦੁਆ ਕਹਿੰਦੇ ਦੋਵਾਂ ਨੂੰ। 10 ਤੇ 2 12, 12 ਮੈਂਬਰ ਸਾਰੇ ਚ ਆਉਣ ਲੱਗੇ ਆ ਇੱਥੇ। ਨਾਨਕਾ ਪਰਿਵਾਰ ਵੀ ਵਿੱਚ, ਪਿਤਾ ਜੀ, ਚਾਚਾ ਜੀ, ਇਸੇ ਤਰ੍ਹਾਂ ਮਾਤਾ ਜੀ, ਹੋਰ ਵੀ ਪਰਿਵਾਰ ਦੇ ਮੈਂਬਰ 12 ਜਾਣੇ ਕਹਿੰਦੇ ਵੀ ਮਾਈ ਭਾਈ ਇਕੱਠੇ ਹੋ ਕੇ ਚੱਲੇ ਹਨ। ਮਾਮਾ ਜੀ ਤੇ ਨਾਨਾ ਜੀ ਦੇ ਮਨ ਵਿੱਚ ਬੜੀ ਖੁਸ਼ੀ ਹੈ। ਹੋਰ ਵੀ ਨਾਲ ਨੌਕਰ ਚਾਕਰ ਦਾਸ ਹਨ। ਇਧਰ ਪੂਰੀ ਤਿਆਰੀ ਹੋ ਗਈ ਹੈ ਸੁਲਤਾਨਪੁਰ ਨੂੰ ਚੱਲਣ ਵਾਸਤੇ। ਤੇ ਪਿਤਾ ਜੀ ਮਹਿਤਾ ਕਲਿਆਣ ਚੰਦ ਜੀ ਉਹ ਬਾਕੀਆਂ ਨੂੰ ਕਹਿੰਦੇ ਵੀ ਮੈਂ ਇੱਕ ਰਾਏ ਜੀ ਤੋਂ ਆਗਿਆ ਲੈ ਆਵਾਂ, ਰਾਏ ਬੁਲਾਰ ਜੀ ਨੂੰ ਮਿਲ ਆਵਾਂ। ਉਹਨਾਂ ਦੇ ਕੋਲੇ ਪਟਵਾਰੀ ਦੀ ਨੌਕਰੀ ਕਰਦੇ ਸਨ। ਤਲਵੰਡੀ ਮਹਿ ਰਾਏ ਬੁਲਾਰੂ, ਸੋਦਰ ਸਮਕਾਲੂ ਸੰਕਿਆਰੂ, ਜਿਤੇ ਗ੍ਰਾਮ ਕੋ ਸੋ ਅਧਿਕਾਰੀ, ਸਭ ਕੀ ਦਈ ਕਾਰ ਪਟਵਾਰੀ। ਇਸ ਕਰਕੇ ਰਾਏ ਸਦਨ ਰਾਏ ਬੁਲਾਰ ਜੀ ਦੇ ਘਰ ਵਿੱਚ ਗਏ ਹਨ ਮਹਿਤਾ ਕਲਿਆਣ ਚੰਦ ਜੀ। ਰਾਏ ਬੁਲਾਰ ਦੇ ਪਾਸ ਜਾ ਕਰਕੇ ਤੇ ਬਚਨ ਕੀਤਾ ਹੈ, ਰਾਏ ਜੀ ਮੇਰਾ ਪੁੱਤਰ ਨਾਨਕ ਜੋ ਤੁਹਾਡਾ ਦਾਸ ਹੈ, ਮੇਰੇ ਪੁੱਤਰ ਨਾਨਕ ਦੀ, ਤੁਹਾਡੇ ਦਾਸ ਨਾਨਕ ਦੀ ਮੰਗਣੀ ਹੋ ਗਈ ਹੈ, ਸਗਾਈ ਹੋ ਗਈ ਹੈ ਤੇ ਮੈਨੂੰ ਬੁਲਾਇਆ ਹੈ ਸੁਲਤਾਨਪੁਰ ਵਿੱਚ। ਹੁਣ ਅਸੀਂ ਸਾਰਾ ਪਰਿਵਾਰ ਇਕੱਠਾ ਹੋ ਕੇ ਤੇ ਮੇਰੇ ਪੁੱਤਰ ਦੇ ਨਾਨਕੇ ਵੀ ਆ ਗਏ ਆ, ਅਸੀਂ ਸਾਰੇ ਇਕੱਠੇ ਹੋ ਕਰਕੇ ਹੁਣ ਧਨ ਦੀ ਥੈਲੀ ਖਰਚਣ ਵਾਸਤੇ ਜਾਵਾਂਗੇ। ਰਾਏ ਜੀ ਜੇ ਤੁਹਾਡੀ ਆਗਿਆ ਸਾਨੂੰ ਮਿਲ ਜਾਵੇ, ਤੁਸੀਂ ਆਗਿਆ ਦਿਓ ਸਾਨੂੰ ਜਾਣ ਦੀ, ਤੇ ਅਸੀਂ ਸੁਲਤਾਨਪੁਰ ਲੋਧੀ ਜਾ ਕੇ ਤੇ ਅਸੀਂ ਸਗਾਈ ਤੇ ਜਾਈਏ। ਅਸੀਂ ਉੱਥੇ ਸੋ ਚੌਕੜ ਖਰਚਾਈਏ, ਪੈਸੇ ਖਰਚਾਈਏ। ਜਦੋਂ ਮਹਿਤਾ ਕਲਿਆਣ ਚੰਦ ਨੇ ਬੋਲੇ ਤੇ ਸੁਣ ਕੇ ਰਾਏ ਬੁਲਾਰ ਬੋਲੇ, ਆਖਿਆ ਮਹਿਤਾ ਕਲਿਆਣ ਚੰਦ ਇਸ ਤਰ੍ਹਾਂ ਦੇ ਅਜੋਗ ਬੋਲ ਨਾ ਕਹਿ। ਜਿਹੜੇ ਬੋਲ ਤੂੰ ਬੋਲੇ ਆ ਇਹ ਲਾਇਕ ਨਹੀਂ ਬੋਲਣ ਦੇ, ਇਹ ਯੋਗ ਨਹੀਂ ਬੋਲਣ ਦੇ, ਇਹ ਅਜੋਗ ਬੋਲ ਬੋਲੇ, ਤੂੰ ਨਾ ਇਸ ਤਰ੍ਹਾਂ ਬੋਲ। ਕਿਉਂਕਿ ਪਿਤਾ ਜੀ ਨੇ ਕਹਿ ਦਿੱਤਾ ਸੀ ਮੇਰਾ ਪੁੱਤਰ ਨਾਨਕ ਤੇ ਤੁਹਾਡਾ ਦਾਸ। ਰਾਏ ਜੀ ਤੁਹਾਡੇ ਦਾਸ ਦਾ ਮੰਗਣਾ ਹੋ ਗਿਆ। ਮਹਾਰਾਜ ਕਹਿੰਦੇ ਇਹ ਅਜੋਗ ਗੱਲ ਕਹੀ ਆ ਮਹਿਤਾ ਕਲਿਆਣ ਚੰਦ, ਨਾਨਕ ਮੇਰਾ ਦਾਸ ਨਹੀਂ, ਨਾਨਕ ਮੇਰਾ ਸੁਆਮੀ ਆ। ਨਾਨਕ ਤਾਂ ਮੇਰਾ ਮਾਲਕ ਆ। ਨਾਨਕ ਹਮਰੋ ਸੁਆਮੀ ਜਾਨੋ, ਸ੍ਰੀ ਨਾਨਕ ਜੀ ਮੇਰੇ ਮਾਲਕ ਜਾਣੋ, ਮੇਰੇ ਸੁਆਮੀ ਜਾਣੋ। ਮੈਂ ਤਾਂ ਸ੍ਰੀ ਨਾਨਕ ਜੀ ਦੇ ਦਾਸਾਂ ਦੇ ਤੁਲ ਹਾਂ। ਜਿਵੇਂ ਸ੍ਰੀ ਨਾਨਕ ਜੀ ਦੇ ਹੋਰ ਵਾ ਨਾ ਸਿੱਖ ਸੇਵਕ, ਉਹਨਾਂ ਦੇ ਦਾਸ, ਉਹਨਾਂ ਦੇ ਸੇਵਕ, ਮੈਂ ਉਹਨਾਂ ਕਿੰਕਰਾਂ ਦੇ ਤੁਲ ਵਾਂ, ਉਹਨਾਂ ਦਾਸਾਂ ਦੇ ਬਰਾਬਰ ਮੈਨੂੰ ਜਾਣੋ। ਇਹ ਮਹਿਤਾ ਕਲਿਆਣ ਚੰਦ ਸ੍ਰੀ ਨਾਨਕ ਜੀ ਜੇ ਮੇਰੇ ਉੱਤੇ ਕਿਰਪਾ ਕਰ ਦੇਣ, ਮੇਰੇ ਮਨ ਦੇ ਵਿੱਚ ਇਹੀ ਬੁੱਧੀ
ਇਹੀ ਜਿਹੜੀ ਸਿੱਖਿਆ ਹੈ ਮੇਰੇ ਮਨ ਦੇ ਵਿੱਚ ਸਦਾ ਵਾਸਤੇ ਟਿਕੀ ਰਵੇ ਕਿ ਮੈਂ ਆਪਣਾ ਉਹਨਾਂ ਨੂੰ ਮਾਲਕ ਹੀ ਸਮਝਦਾ ਰਵਾਂ, ਮੈਂ ਆਪਣੇ ਆਪ ਨੂੰ ਉਹਨਾਂ ਦਾ ਦਾਸ ਹੀ ਸਮਝਦਾ ਰਵਾਂ। ਮੇਰੇ ਮਨ ਦੇ ਵਿੱਚ ਇਹ ਜਿਹੜਾ ਖਿਆਲ ਹੈ ਇਹ ਸਦਾ ਵਾਸਤੇ ਟਿਕਿਆ ਰਹੇ। ਇਹ ਮਹਿਤਾ ਜੀ ਇਸ ਤਰ੍ਹਾਂ ਦੇ ਬੋਲ ਫੇਰ ਦੁਬਾਰਾ ਨਹੀਂ ਤੂੰ ਕਹਿਣੇ, ਜਿਵੇਂ ਹੁਣ ਅਣਜਾਣ ਹੋ ਕਰਕੇ ਆਖੇ ਹਨ। ਮਹਿਤਾ ਤੂੰ ਆਪਣੇ ਪੁੱਤਰ ਦੀ ਮਹਿਮਾ ਨਹੀਂ ਜਾਣਦਾ, ਤੂੰ ਸਿਰਫ ਪੁੱਤਰ ਹੀ ਸਮਝਦਾ ਹੈ, ਉਸ ਨੂੰ ਖੁਦਾ ਦਾ ਰੂਪ ਨਹੀਂ ਸਮਝਦਾ ਹੈ। ਤੂੰ ਅਣਜਾਣ ਹੈ ਮਹਿਮਾ ਤੋਂ। ਜਿਸ ਸ੍ਰੀ ਨਾਨਕ ਜੀ ਦੀ ਤਿੰਨੇ ਲੋਕ ਆਗਿਆ ਮੰਨਦੇ ਆ, ਪਰ ਤੂੰ ਉਸ ਨੂੰ ਆਪਣਾ ਪੁੱਤਰ ਹੀ ਸਮਝਦਾ ਹੈ, ਉਹਨਾਂ ਦੀ ਮਹਿਮਾ ਨਹੀਂ ਜਾਣਦਾ ਹੈ। ਮਹਿਤਾ ਕਲਿਆਣ ਚੰਦ ਜਾਓ ਹੁਣ ਤੁਸੀਂ ਸੁਲਤਾਨਪੁਰ ਲੋਧੀ ਵਿੱਚ ਜਾ ਕਰਕੇ ਜੋ ਸ਼ਗਨ ਤੇ ਪੈਸੇ ਖਰਚਣੇ ਆ, ਖਰਚਾ ਕਰਨਾ ਹੈ, ਉੱਥੇ ਜਾ ਕੇ ਧਨ ਦੀਆਂ ਥੈਲੀਆਂ ਖਰਚੋ। ਮਿਲ ਕਰਕੇ ਸ੍ਰੀ ਨਾਨਕ ਜੀ ਦੇ ਨਾਲ ਤੁਸੀਂ ਮਹਿਤਾ ਕਲਿਆਣ ਚੰਦ ਕਿਤੇ ਕਬੋਲ ਨਾ ਬੋਲਦਾ ਹੋਵੇ, ਮਾੜੇ ਬੋਲ ਨਾ ਬੋਲਣੀ ਮਿਲ ਕੇ। ਰਾਏ ਬੁਲਾਰ ਦੇ ਇਹ ਬੋਲ ਸੁਣ ਕਰਕੇ ਮਹਿਤਾ ਕਲਿਆਣ ਚੰਦ ਜੀ ਨੇ ਆਖਿਆ, ਹੇ ਰਾਜੇ ਬੁਲਾਰ ਨੂੰ, ਹੇ ਰਾਜਾ ਜੀ ਆਪਣੇ ਹਿਰਦੇ ਦੇ ਵਿੱਚ ਸੰਦੇਹ ਨਾ ਪਾਓ, ਸੰਸਾ ਨਾ ਕਰੋ, ਸ਼ੱਕ ਨਾ ਕਰੋ ਮੇਰੇ ਤੇ। ਐਸੀ ਖੁਸ਼ੀ ਦੇ ਮੌਕੇ ਤੇ ਭਲੇ ਬਚਨ ਬੋਲੋ, ਚੰਗੇ ਬੋਲ ਬੋਲੋ। ਰਾਜੀ ਖੁਸ਼ੀ ਦੀ ਕਲਿਆਣ ਦੀ ਆਗਿਆ ਦੇਣਾ ਕਰੋ। ਇਹ ਮਹਿਤਾ ਕਲਿਆਣ ਚੰਦ ਤੈਨੂੰ ਮੈਂ ਤਾਂ ਆਖਿਆ ਵੀ ਕਬੋਲ ਨਾ ਬੋਲੀ, ਕਿਉਂਕਿ ਤੂੰ ਬੋਲ ਵਿਗਾੜ ਹੈ। ਤੂੰ ਇਸ ਤਰ੍ਹਾਂ ਦੇ ਬੋਲ ਬੋਲ ਦੇਣਾ ਜਿਹਦੇ ਨਾਲ ਵਿਗਾੜ ਪੈ ਜਾਂਦਾ ਹੈ। ਇਸ ਕਰਕੇ ਤੈਨੂੰ ਮੈਂ ਰੋਕਣ ਵਾਸਤੇ ਬਚਨ ਕੀਤਾ ਵੀ ਵੇਖੀ ਖੁਸ਼ੀ ਦੇ ਵਿੱਚ ਕਿਤੇ ਭੰਗ ਨਾ ਪਾ ਦੇਵੀਂ, ਗੁੱਸੇ ਵਿੱਚ ਆ ਕੇ ਕਬੋਲ ਬੋਲ ਕੇ। ਕਿਉਂਕਿ ਜਿੰਨਾ ਚਿਰ ਸ੍ਰੀ ਨਾਨਕ ਜੀ ਇੱਥੇ ਰਹਿੰਦੇ ਰਹੇ ਆ, ਉਹਨਾਂ ਚਿਰ ਤੂੰ ਲੜਾਈ ਕਰਦਾ ਰਿਹਾ ਹੈ ਉਹਨਾਂ ਨਾਲ। ਉੱਥੇ ਜਾ ਕੇ ਵੀ ਹੁਣ ਕਿਤੇ ਲੜਾਈ ਵਾਲੇ ਅਜੋਗ ਬੋਲ ਨਾ ਕਹਿਣ ਲੱਗ ਪਵੀਂ। ਸੁਣੋ ਰਾਏ ਜੀ, ਤੁਸੀਂ ਸ੍ਰੇਸ਼ਟ ਮਤ ਜੋ ਦਿੱਤੀ ਹੈ, ਕਿਉਂਕਿ ਮੇਰੇ ਵਾਸਤੇ ਤਾਂ ਤੁਸੀਂ ਪਰਮੇਸ਼ਰ ਦੇ ਅਸਥਾਨ ਹੋ, ਸ੍ਰੇਸ਼ਟ ਮਤ ਦਿੰਦੇ ਹੋ, ਮੈਨੂੰ ਸ੍ਰੇਸ਼ਟ ਸਮਝ ਦਿੰਦੇ ਹੋ। ਪਰ ਇਹ ਗੱਲ ਸੁਣੋ ਰਾਏ ਜੀ, ਇੱਕੋ ਹੀ ਪੁੱਤਰ ਹੈ ਸਾਡੇ ਘਰ ਵਿੱਚ ਸ੍ਰੀ ਨਾਨਕ ਜੀ, ਤੇ ਸਾਨੂੰ ਬੜਾ ਪਿਆਰਾ ਹੈ। ਇੱਕੋ ਹੀ ਆਪਣੇ ਪੁੱਤਰ ਸ੍ਰੀ ਨਾਨਕ ਜੀ ਨੂੰ ਮਿਲ ਕਰਕੇ ਮੈਂ ਕਿਉਂ ਮਾੜੇ ਬਚਨ ਬੋਲਾਂਗਾ? ਨਾਲੇ ਐਸੀ ਖੁਸ਼ੀ ਦੇ ਮੌਕੇ ਤੇ, ਮੰਗਣੀ ਦੇ ਮੌਕੇ ਤੇ ਮੈਂ ਭਲਾ ਕਿਉਂ ਗੁੱਸੇ ਵਿੱਚ ਆ ਕੇ ਬੋਲਾਂਗਾ? ਰਾਏ ਜੀ ਰਾਏ ਬੁਲਾਰ ਨੇ ਆਖਿਆ ਚੱਲ ਹੁਣ ਮਹਿਤਾ ਕਲਿਆਣ ਚੱਲ, ਮਹਿਤਾ ਕਲਿਆਣ ਚੱਲ ਜਾਣਾ ਕਰ, ਹੁਣ ਜਾ ਕੇ ਕਾਰਜ ਕਰ ਸਾਰਾ। ਖੁਦਾ ਭਲੀ ਕਰੇ ਤੇਰੇ ਕਾਰਜ ਸਵਾਰੇ। ਪਰ ਮੇਰੀ ਤਰਫੋਂ ਵੀ ਬਹੁਤਾ ਸਨੇਹ ਕਰਕੇ, ਬਹੁਤਾ ਪ੍ਰੇਮ ਕਰਕੇ, ਅਨਕੰਪਾ ਗੇਹਾ, ਜੋ ਕਿਰਪਾ ਦਾ ਘਰ ਸ੍ਰੀ ਨਾਨਕ ਜੀ ਦੇ ਚਰਨ ਵਾ ਨਾ, ਜਿੱਥੋਂ ਕਿਰਪਾ ਪ੍ਰਾਪਤ ਹੁੰਦੀ ਹੈ, ਉਹ ਕਿਰਪਾ ਦੇ ਘਰ ਦੇ ਚਰਨਾਂ ਨੂੰ ਬਹੁਤਾ ਪ੍ਰੇਮ ਕਰਕੇ ਮੇਰੇ ਤਰਫੋਂ ਪਰਸੀ, ਮੇਰੇ ਵੱਲੋਂ ਵੀ ਚਰਨਾਂ ਨੂੰ ਸਪਰਸ਼ ਕਰੀ। ਹਾਂਜੀ, ਜੋ ਕਿਰਪਾ ਦੇ ਘਰ ਹਨ ਚਰਨ, ਤੇ ਬਹੁਤੀਆਂ ਬੇਨਤੀਆਂ ਮਹਿਤਾ ਕਲਿਆਣ ਚੰਦ ਮੇਰੇ ਵੱਲੋਂ ਕਰੀ ਸ੍ਰੀ ਨਾਨਕ ਜੀ ਦੇ ਅੱਗੇ। ਕਮਲ ਫੁੱਲ ਵਰਗੇ ਜਿਨ੍ਹਾਂ ਦੇ ਨੇਤਰ ਖਿੜੇ ਹੋਏ ਆ, ਧੰਨ ਸ੍ਰੀ ਨਾਨਕ ਜੀ ਦੇ ਪਾਸ ਜਾ ਕਰਕੇ ਜਦੋਂ ਇੰਨੀ ਗੱਲਬਾਤ ਰਾਏ ਬੁਲਾਰ ਨੇ ਤਲਵੰਡੀ ਦੇ ਹਾਕਮ ਨੇ ਕਹੀ ਨਾ, ਰਾਏ ਭੋਏ ਦੀ ਤਲਵੰਡੀ ਦੇ ਹਾਕਮ ਨੇ,
ਤਾਂ ਫਿਰ ਨਮਸਕਾਰ ਕਰਕੇ ਮਹਿਤਾ ਕਲਿਆਣ ਚੰਦ ਜੀ ਚੱਲ ਪਏ। ਰਾਏ ਬੁਲਾਰ ਦੀ ਆਗਿਆ ਮੰਨ ਲਈ ਹੈ। ਉਹ ਦੋਵਾਂ ਬਲਦਾਂ ਵਾਲੇ ਗੱਡੇ ਦੇ ਉੱਤੇ ਸਾਰੇ ਪਰਿਵਾਰ ਦੇ 12 ਜੀ ਵਿੱਚੇ ਨੌਕਰ ਪਾ ਕੇ ਅਸਵਾਰ ਹੋ ਗਏ। ਚੱਲ ਪਏ ਆ ਸਾਰੇ ਸ਼ੋਕ ਗਮ ਦੂਰ ਕਰਕੇ, ਭਾਵ ਖੁਸ਼ੀਆਂ ਦੇ ਵਿੱਚ। ਪੁੱਤਰ ਦੀ ਪ੍ਰੀਤ ਦੀ ਡੋਰੀ ਦੇ ਨਾਲ ਬੱਝੇ ਹੋਏ ਆ ਰਹੇ ਆ ਰਾਏ ਭੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਵੱਲ ਨੂੰ। ਜਾਣੋ ਕਹਿੰਦੇ ਕਿ ਜਿਵੇਂ ਮੱਛ ਉਹ ਡੋਰੀ ਦੇ ਨਾਲ ਜਿਵੇਂ ਖਿੱਚੇ ਆਉਂਦੇ ਹਨ, ਜੋ ਖਰਚਣ ਦਾ ਸਾਜੋ ਸਮਾਨ ਸੀ ਉਹ ਨਾਨਾ ਪ੍ਰਕਾਰ ਦੀਆਂ ਵਸਤੂਆਂ ਲੈ ਲਈਆਂ ਨਾਲ। ਦਿਨ ਪ੍ਰਤੀ ਦਿਨ ਬਹੁਤਾ ਸਫ਼ਰ ਤੈਅ ਕੀਤਾ ਹੈ। ਘਰ ਦਾ ਜੋ ਮਰਾਸੀ ਸੀ ਉਹ ਵੀ ਨਾਲ ਚੱਲਿਆ ਏ, ਉਹਦਾ ਨਾਂ ਹੈ ਭਾਈ ਮਰਦਾਨਾ, ਜੋ ਇਸ ਪਰਿਵਾਰ ਦਾ ਮਰਾਸੀ ਸੀ। ਪਰਿਵਾਰਾਂ ਦੇ ਪੁਰੋਹਿਤ ਵੀ ਹੁੰਦੇ ਸਨ ਆਪਣੇ, ਤੇ ਪਰਿਵਾਰਾਂ ਦੇ ਮਰਾਸੀ ਵੀ ਹੁੰਦੇ ਸਨ। ਉਹਨਾਂ ਨੇ ਵੀ ਪਰਿਵਾਰ ਵੰਡੇ ਹੁੰਦੇ ਸੀ, ਤੇ ਅੱਜ ਕੱਲ੍ਹ ਵੀ ਵੰਡੇ ਹੋਏ ਆ। ਦੂਜੇ ਨੂੰ ਵੜਨ ਨਹੀਂ ਦਿੰਦੇ ਆਪਣੇ ਇਲਾਕੇ ਦੇ ਵਿੱਚ। ਜੇ ਆ ਜਾਵੇ ਨਾ ਦੂਜਾ ਕੋਈ ਭੰਡ ਹੋ ਗਏ, ਮਰਾਸੀ ਹੋ ਗਏ, ਇਸੇ ਤਰ੍ਹਾਂ ਜੇ ਕੋਈ ਦੂਜਾ ਆ ਜਾਵੇ ਉਹ ਕਹਿੰਦੇ ਤੂੰ ਕਿਵੇਂ ਆ ਗਿਆ ਮੇਰੇ ਇਲਾਕੇ ਦੇ ਵਿੱਚ, ਇਹ ਮੇਰਾ ਇਲਾਕਾ, ਇੱਧਰ ਨਹੀਂ ਤੂੰ ਆ ਕੇ ਖੁਸ਼ੀ ਗਮੀ ਚ ਆ ਸਕਦਾ। ਇਸ ਤਰ੍ਹਾਂ ਇਸ ਪਰਿਵਾਰ ਦਾ ਜਿਹੜਾ ਕਹਿੰਦੇ ਕਿ ਡੂਮ ਮਰਾਸੀ ਸੀ, ਉਹਦਾ ਨਾਂ ਹੈ ਭਾਈ ਮਰਦਾਨਾ। ਇਹ ਬੇਦੀ ਪਰਿਵਾਰ ਦਾ ਮਰਾਸੀ ਸੀਗਾ ਭਾਈ ਮਰਦਾਨਾ। ਇਸ ਕਰਕੇ ਕਹਿੰਦੇ ਘਰ ਕੋ ਡੂਮ, ਆਪਣੇ ਘਰ ਦਾ ਜੋ ਮਰਾਸੀ ਹੈ ਭਾਈ ਮਰਦਾਨਾ, ਉਹਨੂੰ ਵੀ ਨਾਲ ਲੈ ਲਿਆ ਹੈ। ਜਿਹਦੇ ਵੱਡੇ ਭਾਗ ਜਾਗੇ। ਇਸ ਪਵਿੱਤਰ ਗ੍ਰੰਥ ਵਿੱਚ ਪਹਿਲੀ ਵਾਰੀ ਇੱਥੇ ਨਾਂ ਆਇਆ ਭਾਈ ਮਰਦਾਨਾ ਜੀ ਦਾ। ਜਿਉਂ ਇਸ ਪਵਿੱਤਰ ਗ੍ਰੰਥ ਦੀ ਕੁਝ ਦਿਨ ਤੋਂ ਲੈ ਕੇ ਕਥਾ ਆਰੰਭ ਤੋਂ ਸ਼ੁਰੂ ਹੋਈ ਹੈ, ਇੱਥੇ ਪਹਿਲੀ ਵਾਰੀ ਨਾਮ ਭਾਈ ਮਰਦਾਨਾ ਜੀ ਦਾ ਆਇਆ। ਔਰ ਭਾਈ ਬਾਲਾ ਜੀ ਦਾ ਤੇ ਕਥਾ ਲਿਖਾਉਣ ਤੋਂ ਲੈ ਕਰਕੇ ਸਾਰਾ ਆ ਰਿਹਾ ਹੈ ਜ਼ਿਕਰ। ਇਹ ਦੋਵੇਂ ਹੀ ਗੁਰੂ ਕੇ ਪਿਆਰੇ ਸਿੱਖ, ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਨਨ ਪਿਆਰੇ ਸਿੱਖ ਸੇਵਕ। ਇੱਕ ਸੱਜੇ ਪਾਸੇ ਮਹਾਰਾਜ ਦੇ ਬੈਠਿਆ ਹੁੰਦਾ ਹੈ ਤੇ ਇੱਕ ਖੱਬੇ ਪਾਸੇ ਬੈਠਾ ਹੈ ਉਦਾਸੀਆਂ ਦੇ ਮੌਕੇ ਤੇ ਸਾਰਾ ਜੀਵਨ ਹੀ ਮਹਾਰਾਜ ਨੂੰ ਸਮਰਪਿਤ ਕਰ ਦਿੱਤਾ ਇਹਨਾਂ ਸਿੱਖਾਂ ਨੇ। ਔਰ ਬਾਕੀ ਜਨਮ ਸਾਖੀਆਂ ਦੇ ਵਿੱਚ ਜ਼ਿਕਰ ਆਉਂਦਾ ਹੈ, ਹੈਫਜ਼ਾਬਾਦ ਵਾਲੀ ਜਨਮ ਸਾਖੀ ਦੇ ਵਿੱਚ ਜ਼ਿਕਰ ਆਇਆ ਹੈ। ਰਾਏ ਭੋਏ ਦੀ ਤਲਵੰਡੀ ਦੇ ਵਿੱਚ ਹੀ ਜਦੋਂ ਹਾਣੀਆਂ ਨਾਲ ਮਹਾਰਾਜ ਸਾਹਿਬ ਜੀ ਖੇਡਦੇ ਆ, ਸ਼ਾਮਾਂ ਦਾ ਵਕਤ ਸੀ, ਜਿੱਥੇ ਛੋਟੇ ਛੋਟੇ ਬੱਚੇ ਵੀ ਖੇਡਦੇ ਆ, ਨੌਜਵਾਨ ਵੀ ਖੇਡਦੇ ਆ। ਪੁਰਾਣਾ ਸਮਾਂ ਸੀ ਜਦੋਂ ਲੋਕ ਖੇਡਿਆ ਕਰਦੇ ਸਨ। ਹੁਣ ਤੇ ਕੋਈ ਵਿਰਲਾ ਹੀ ਖੇਡਦਾ, ਹੁਣ ਕੌਣ ਖੇਡਦਾ। ਆਪਣੇ ਵੇਖਣ ਦੇ ਵਿੱਚ ਹੀ ਲੋਕ ਪਿੰਡਾਂ ਦੇ ਬਾਹਰ ਵੱਡੇ ਵੀ ਖੇਡਦੇ ਹੁੰਦੇ ਸੀ, ਨੌਜਵਾਨ ਦਾੜੀਆਂ ਵਾਲੇ ਕਬੱਡੀ ਖੇਡਦੇ ਹੁੰਦੇ ਸੀ, ਤੇ ਇਸੇ ਤਰ੍ਹਾਂ ਘੋਲ ਕਰਦੇ ਹੁੰਦੇ ਸੀ ਆਪਸ ਦੇ ਵਿੱਚ। ਤੇ ਹੁਣ ਨਹੀਂ ਗਾ ਕੋਈ ਕਬੱਡੀ ਖੇਡਦਾ ਤੇ ਨਾ ਘੋਲ ਹੀ ਪਿੰਡਾਂ ਦੇ ਵਿੱਚ। ਹੁਣ ਕਿਤੇ ਕਿਸੇ ਪਿੰਡ 'ਚ ਹੋਵੇ ਤੇ ਵੱਖਰੀ ਗੱਲ, ਨਹੀਂ ਤੇ ਅੱਗੇ ਹਰ ਇੱਕ ਪਿੰਡ ਵਿੱਚ ਹੀ ਆਪਣੇ ਹੁੰਦਾ ਸੀ। ਸ਼ਾਮਾਂ ਨੂੰ 3-3:30 ਵਜੇ ਪੱਠੇ ਪੁੱਠੇ ਪਾ ਕੇ ਵਿਹਲੇ ਹੋ ਕੇ ਉਦੋਂ ਮਗਰੋਂ ਫਿਰ ਖੇਡਣ ਚਲ ਜਾਂਦੇ ਹੁੰਦੇ ਸੀ ਬਾਹਰ। ਤੇ ਜੇ ਇੱਕ ਪਾਸੇ ਵੱਡਿਆਂ ਨੇ ਖੇਡਣਾ ਤੇ ਇੱਕ ਪਾਸੇ ਫਿਰ ਉਹਨਾਂ ਲਈ ਵੇਖ ਕੇ ਛੋਟੇ ਛੋਟੇ ਵੀ ਖੇਡੀ ਜਾਂਦੇ ਹੁੰਦੇ। ਤੇ ਹੁਣ ਸਾਰੀਆਂ ਖੇਡਾਂ ਹੀ ਫੋਨ ਦੇ ਵਿੱਚ ਹੀ ਬੰਦ ਹੋ ਗਈਆਂ। ਹੁਣ ਇਕੱਲਾ ਬੰਦਾ ਫੋਨ 'ਚ ਹੀ ਖੇਡੀ ਜਾਂਦਾ ਵਾ 8-8 ਘੰਟੇ 10-10 ਘੰਟੇ। ਹੁਣ ਉਹ ਸਮਾਂ ਹੀ ਨਹੀਂ ਰਹਿ ਗਿਆ ਕਿਸੇ ਕੋਲ। ਤੇ ਉਹ ਵਧੀਆ ਸੀਗਾ ਸਮਾਂ, ਨਾਲੇ ਸਰੀਰ ਹਿਲਦਾ ਸੀ, ਬਿਮਾਰੀਆਂ ਨਹੀਂ ਸੀ ਕੋਈ ਲੱਗਦੀਆਂ, ਤੰਦਰੁਸਤੀ, ਰੋਟੀ ਪਾਣੀ ਖਾਧਾ ਹਜਮ ਹੁੰਦਾ ਸੀ। ਤਾਂ ਉਹ ਮੌਕਾ ਸੀ ਪੁਰਾਣਾ। ਤੇ ਜਦੋਂ ਖੇਡ ਰਹੇ ਸੀ ਬੱਚੇ, ਤੇ ਉੱਥੇ ਸਾਰੇ ਵੱਡੇ ਵੀ ਖੇਡਦੇ, ਛੋਟੇ ਵੀ ਖੇਡਦੇ। ਉੱਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਵੀ ਵਿੱਚ ਸਨ। ਹੈਫਜ਼ਾਬਾਦ ਦੀ ਜਨਮ ਸਾਖੀ 'ਚ ਲਿਖਿਆ। ਸ਼ਾਮਾਂ ਦਾ ਵੇਲਾ ਹੈ ਤੇ ਸਾਰੇ ਘਰਾਂ ਨੂੰ ਜਾਣ ਲੱਗ ਪਏ, ਤੇ ਕਮਾਈ ਆਈ ਆ ਤੇ ਉਹ ਆਵਾਜ਼ ਮਾਰਦੀ, ਵੇ ਮਰ ਜਾਣਿਆ ਘਰ ਨੂੰ ਆ, ਵੇ ਮਰ ਜਾਣਿਆ ਘਰ ਨੂੰ ਆ। ਤੇ ਇੱਕ ਬੱਚਾ ਉਹ ਭੱਜਾ ਗਿਆ ਹੈ, 15 ਕੁ ਸਾਲਾਂ ਦਾ ਹੋਵੇਗਾ, ਅੰਦਾਜ਼ਾ ਲਾਇਆ ਜਾ ਸਕਦਾ। ਜਦੋਂ ਭੱਜਾ ਗਿਆ,
क्योंकि श्री गुरु नानक देव साहब महाराज तो शरीर कारबला विच भाई मरदाना जी 10 साल वड्डे सन। ते महाराज साहब जी की शरीर कारबला जी 6-7 सालों की भी गिणीए उस वेले, ते फिर भी 10 साल वड्डे अते वो 15-16 सालों के 17 सालों के लगभग जदों अपने माता दे कोले गए तो महाराज अंतरजामी उंज माइयां सुभावक ही अपने पुत्रां नूं मर जाना आम ही कह लैंदियां, आम ही घरे आवाज़ मारदियां मर जाने मर जाणीए। ये बचन माइयां वरतदियां हुण भी वरतदियां वा, कोई वक्री गल नहीं। घरां च माइयां कह लैंदियां मर जाने, असल में वो किहड़ा दिलों चाहुंदियां भी मेरा पुत्र मेरी धी मर जावे, पर एक सुभावक ही आ मां कह देंदी मर जाना। वो माता ने जो 2-4 बारी आवाज़ मारी ना वे मर जाने घर नूं आ, वे मर जाने घर नूं आ, ते जदों ये बच्चा भज्जा गया अपनी माता दे कोले भी मेरी मां आवाज़ां मारदी है, नाल ही धन श्री गुरु नानक देव साहब महाराज उत्थे पहुँच गए। तो अंतरजामी सब कुछ जानते सी। महाराज ने पूछा माता तू अपने बच्चे नूं मर जाना क्यों कहनी, फिर तू वार वार मर जाना आख्या। उन्हें आख्या कि श्री नानक जी पुत्र बालक मैं अपने बच्चे नूं इहदा नां ही मर जाना रख दिता, क्योंकि मेरे पहले जिन्ने पुत्र होए वो इन्नी उम्र दे विच शरीर त्याग गए मर गए, तो मैनूं पता इन्हें भी मर जाना। महाराज ने आख्या माता इहदे सिर दे केसां नूं ना कटावीं, इहदे केस ना कटावीं, इहदे साबत सूरत रखी, ये नहीं मरेगा, असीं इहनूं मरदाना बनावांगे। कईयां ने लिखिया भी मरदा ना, भी महाराज ने आख्या भी नहीं मरेगा। महापुरख बचन करते महाराज ने आख्या असीं इहनूं मरदाना बनावांगे। ते मरदाना उहनूं कहिंदे आ जिहड़ा मर्दां दे विचों बहादुर मर्द होवे, उन्हां चों जिहड़ा बहादुर होवे। बहादुर मर्द नूं मरदाना कहा जांदा, जिहदे उत्ते उचेची मेहर होवे। ते गुरु साहिब जी दे इस मर जाने दे उत्ते विशेष बख्शिश होई। ते इस मर जाने नूं जिस नूं माता मर जाना कह के आवाज़ मारदी सी, ते गुरु साहिब जी ने इहनूं मरदाना बना दिता। फिर महाराज साहिब जी का बचपन का साथी है, ते नाले घर दे नाल संबंध है, परिवार का डूम है। गुरबाणी दी पवित्र पंक्ति है जाको मेहर मेहर मेहरवाना सोई मर्द मर्द मरदाना, जिहदे उत्ते विशेष मेहर होवे वाहिगुरू दी, वो मर्दां बहादरां विचों बहादुर मर्द मरदाना बनदा। ते भाई मरदाना जी उत्ते फिर उस मौके ते बख्शिशां कीतियां, बचपन विच भी वो नाल ही खेडदे रहे उत्थे। भाई बाला जी भी नाल खेडे, भाई मरदाना जी भी नाल खेडे। पर इस मौके ते हुण जदों बाकी सारा परिवार चलिया है तो कहिंदे घर को डूम संग मरदाना जिसके जागे भाग महाना, जिहदे वड्डे ही भाग जागे ना, वो वड्डियां भागां वाला घर दा जो मरासी है भाई मरदाना जी नूं भी नाल लै लिया है। सुल्तानपुर लोधी दे विच चल के आ गए सारे परिवार दे जी। जदों इत्थे पहुंचे तो इत्थों दे माइयां भाइयां ने वधाइयां दित्तियां। उत्थे घरे आ करके गड्डे दे उत्तों सारे उतरे हन। भाई जय राम जी दे घर विच प्रवेश किया है। बेबे नानकी जी मिली है अपने माता पिता नूं, बाकी सारे परिवार नूं बहुत प्रेम दे नाल, बहुता घनेरा नेहो करके। धन माता तृप्ता जी ने घुट के गल वकड़ी विच लिया अपनी धी नानकी नूं, फिर सिर दे उत्ते हथ फेर के ते आशीर्वाद दिता है। कहंदे महिता कल्याण चंद दी कुमारी कहिए पुत्री जो पति वर्ता धर्म दे विच प्रपक है बेबे नानकी जी, जिन्हां दा सोहना रूप है, सील सुभाअ है ते समूह श्रेष्ठ गुणां दे विच पूर्ण है बेबे नानकी बाबा कल्याण चंद दी पुत्री। फिर कल्ले कल्ले नूं मिल के माता जी नूं मिलण तो बाद पिता जी नूं मिले, चाचा जी नूं मिले आ।
ਇਸੇ ਤਰ੍ਹਾਂ ਮਾਮਾ ਜੀ, नाना जी, नानी जी, बाकी जिन्ने जी सन सारिਆਂ ਨੂੰ मिल के आनंद दिता है। जिवें जोग सी सारिਆਂ ਨੂੰ आदर देना, सारिਆਂ ਨੂੰ आदर दिता है। ਇੰਨੇ ਚਿਰ ਨੂੰ ਬਾਹਰ ਕਿਤੇ ਗਏ ਹੋਏ ਸੀ ਕੰਮਕਾਰ ਦੇ ਵਿੱਚ ਭਾਈਆ ਜੈ ਰਾਮ ਜੀ, ਉਹ ਵੀ ਘਰੇ ਆ ਗਏ। ਉਹਨਾਂ ਨੂੰ ਪਤਾ ਲੱਗਾ ਹੈ ਕਿ ਸਾਰੇ ਆਏ ਹਨ। ਭਾਈ ਜੈ ਰਾਮ ਜੀ ਨੇ ਸਾਰਿਆਂ ਨਾਲ ਮਿਲ ਕੇ ਸਾਰਿਆਂ ਨੂੰ ਪ੍ਰਣਾਮ ਕੀਤਾ ਹੈ। ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਮੋਦੀਖਾਨੇ ਵਿੱਚ ਸੁਣਿਆ ਨਾ ਵੀ ਸਾਡੇ ਪਿਤਾ ਜੀ ਤੇ ਸਾਰਾ ਪਰਿਵਾਰ ਘਰੇ ਆ ਗਿਆ ਹੈ, ਛੇਤੀ ਨਾਲ ਫਿਰ ਉੱਠੇ ਹਨ ਮੋਦੀਖਾਨੇ ਵਿੱਚੋਂ ਤੇ ਮਹਾਰਾਜ ਸਾਹਿਬ ਜੀ ਘਰ ਨੂੰ ਆ ਗਏ। ਆ ਕਰਕੇ ਆਪਣੇ ਪਿਤਾ ਜੀ ਦੇ ਚਰਨਾਂ ਕਮਲਾਂ ਤੇ ਸਿਰ ਰੱਖ ਕੇ ਨਮਸਕਾਰ ਕੀਤੀ ਹੈ। ਪਿਤਾ ਵੱਡਿਆਂ ਭਾਗਾਂ ਵਾਲਾ ਮਹਿਤਾ ਕਲਿਆਣ ਚੰਦ ਆਪਣੇ ਪੁੱਤਰ ਨੂੰ ਅਸੀਸ ਦੇ ਰਹੇ ਹਨ। ਘੁੱਟ ਕੇ ਜੱਫੀ ਵਿੱਚ ਲਿਆਏ ਆਪਣੇ ਪੁੱਤਰ ਨੂੰ, ਘੁੱਟ ਕੇ ਗਲ ਵਕੜੀ ਵਿੱਚ ਲੈ ਕਰਕੇ ਤੇ ਮਸਤਕ ਨੂੰ ਚੁੰਮਿਆ ਸੁੰਘਿਆ ਹੈ ਤੇ ਫਿਰ ਦੋਵਾਂ ਹੱਥਾਂ ਵਿੱਚ ਲੈ ਕੇ ਆਪਣੇ ਪੁੱਤਰ ਦਾ ਚਿਹਰਾ ਤੇ ਨਜ਼ਰ ਭਰ ਕੇ ਪਿਤਾ ਨੇ ਤੱਕਿਆ ਜੋ ਸਾਰੇ ਸੁੱਖਾਂ ਦੀ ਥਾਂ ਹੈ ਮਹਾਰਾਜ ਦਾ ਮੁਖੜਾ। ਬਹੁਤੇ ਪ੍ਰੇਮ ਦੇ ਵਿੱਚ ਆ ਪਿਤਾ ਮਹਿਤਾ ਕਲਿਆਣ ਚੰਦ ਜੀ ਤੇ ਆਪਣੇ ਪੁੱਤਰ ਨੂੰ ਜਦੋਂ ਘੁੱਟ ਕੇ ਜੱਫੀ ਵਿੱਚ ਲਿਆ, ਗਲ ਵਕੜੀ ਵਿੱਚ ਲਿਆ, ਸੀਨੇ ਨਾਲ ਲਾਇਆ ਤੇ ਰੋਮ ਰੋਮ ਖੁਸ਼ੀ ਵਿੱਚ ਖਿੜ ਗਿਆ। ਜਿੰਨੀ ਰੋਮਾਵਲੀ ਸਰੀਰ ਦੇ ਰੋਮ ਆ ਉਹ ਸਾਰੇ ਖਿੜ ਗਏ ਆ। ਖੁਸ਼ੀ ਇੰਨੀ ਪ੍ਰਾਪਤ ਹੋਈ ਆਪਣੇ ਪੁੱਤਰ ਨੂੰ ਮਿਲ ਕੇ। ਹਿਰਦੇ ਦੇ ਉਮੰਗ ਦੇ ਸਹਿਤ, ਉਤਸ਼ਾਹ ਦੇ ਸਹਿਤ ਆਪਣੇ ਪੁੱਤਰ ਦੇ ਨਾਲ ਪਿਤਾ ਨੇ ਪਿਆਰ ਕੀਤਾ ਹੈ। ਮੁਕਤੀ ਦੇ ਦਾਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਿਤਾ ਜੀ ਨੂੰ ਪੁੱਛਣ ਲੱਗੇ, ਪਿਤਾ ਜੀ ਮੈਨੂੰ ਸਮਝਾ ਕੇ ਦੱਸੋ, ਸਰੀਰ ਅਰੋਗ ਤੋਂ ਰਹਿਤ ਹੈ, ਤੰਦਰੁਸਤ ਹੈ ਤੇ ਮਨ ਵਿੱਚ ਆਨੰਦ ਹੈ। ਤਲਵੰਡੀ ਨਗਰ ਦੇ ਵਿੱਚ ਰਾਏ ਜੀ ਦਾ, ਰਾਏ ਜੀ ਬਾਰੇ ਪੁੱਛਿਆ। ਰਾਏ ਬੁਲਾਰ ਜੀ ਦਾ ਸਰੀਰ ਤੰਦਰੁਸਤ ਹੈ ਪਿਤਾ ਜੀ, ਉਹਨਾਂ ਦਾ ਮਨ ਆਨੰਦ ਦੇ ਸਹਿਤ ਹੈ, ਮੈਨੂੰ ਦੱਸੋ। ਪਿਤਾ ਮਹਿਤਾ ਕਲਿਆਣ ਚੰਦ ਜੀ ਕਹਿਣ ਲੱਗੇ, ਪੁੱਤਰ ਸੁਣ, ਮੈਨੂੰ ਤੇ ਹਿਰਦੇ ਚੋਂ ਆ ਗੱਲ ਹੀ ਭੁੱਲ ਗਈ ਸੀ। ਪੁੱਤਰ ਮੈਨੂੰ ਤੁਸੀਂ ਯਾਦ ਕਰਾ ਦਿੱਤਾ ਹੈ। ਪ੍ਰਭੂ ਦੀ ਕਿਰਪਾ ਦੇ ਨਾਲ ਸਭ ਰਾਜੀ ਖੁਸ਼ੀ ਹੈ। ਰਾਏ ਬੁਲਾਰ ਜੀ ਵੀ ਐ ਤੰਦਰੁਸਤ ਵਾ ਤੇ ਉਹਨਾਂ ਨੇ ਸਗੋਂ ਆਖਿਆ ਸੀ ਵੀ ਮੇਰੇ ਵੱਲੋਂ ਵੀ ਜਾ ਕਰਕੇ ਇਸ ਤਰ੍ਹਾਂ ਨਮਸਕਾਰ ਕਰਿਓ ਤੇ ਮੈਨੂੰ ਤਾਂ ਭੁੱਲ ਹੀ ਗਿਆ ਸੀ ਪੁੱਤਰ, ਤੁਸੀਂ ਯਾਦ ਕਰਾ ਦਿੱਤਾ ਹੈ। ਬਹੁਤੇ ਵੱਡੇ ਪ੍ਰੇਮ ਦੇ ਨਾਲ ਪੂਰੀ ਮੱਤ ਭਰੀ ਹੋਈ ਹੈ ਰਾਏ ਜੀ ਦੀ। ਉਹਨਾਂ ਨੇ ਬਹੁਤੀ ਬੰਦਗੀ ਕੀਤੀ, ਬਹੁਤੀਆਂ ਬੇਨਤੀਆਂ ਕੀਤੀਆਂ ਆਪ ਜੀ ਦੇ ਸਨਮੁਖ। ਪੁੱਤਰ ਰਾਏ ਜੀ ਨੇ ਤਾਂ ਪ੍ਰੀਤ ਨਾਲ ਇਹ ਵੀ ਆਖਿਆ ਸੀ ਕਿ ਸ੍ਰੀ ਨਾਨਕ ਜੀ ਦੇ ਚਰਨਾਂ ਨੂੰ ਪਰਸੀ ਜਾ ਕੇ। ਪੁੱਤਰ ਰਾਏ ਬੁਲਾਰ ਜੀ ਦੇ ਹਿਰਦੇ ਦੇ ਵਿੱਚ ਤਾਂ ਤੁਹਾਡੇ ਦਰਸ਼ਨਾਂ ਦੀ ਦਿਨੇ ਰਾਤ ਲਾਲਸਾ ਲੱਗੀ ਰਹਿੰਦੀ ਹੈ। ਇਸ ਤਰ੍ਹਾਂ ਪਿਆਰੇ ਦਾ ਸੁਨੇਹਾ ਸੁਣ ਕਰਕੇ ਫਿਰ ਉੱਠੇ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਪਿਤਾ ਜੀ ਨੂੰ ਮਿਲ ਕੇ ਗੱਲਬਾਤ ਕਰਕੇ ਫਿਰ ਆਪਣੇ ਮਾਤਾ ਤ੍ਰਿਪਤਾ ਜੀ ਦੇ ਪਾਸ ਚਲੇ ਗਏ। ਦੋਵੇਂ ਹੱਥ ਜੋੜੇ ਮਾਤਾ ਜੀ ਦੇ ਅੱਗੇ ਜਾ ਕੇ, ਦੋਵੇਂ ਹੱਥ ਜੋੜ ਕੇ ਤੇ ਆਪਣੇ ਮਾਤਾ ਤ੍ਰਿਪਤਾ ਜੀ ਦੇ ਦੋਹਾਂ ਚਰਨਾਂ ਉੱਤੇ ਸਿਰ ਰੱਖ ਦਿੱਤਾ, ਮੱਥਾ ਰੱਖਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਿਤਾ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕੀਤੀ ਆ ਤੇ ਆਪਣੇ ਮਾਤਾ ਜੀ ਦੇ ਚਰਨਾਂ ਉੱਤੇ ਵੀ ਸਿਰ ਰੱਖ ਕੇ ਨਮਸਕਾਰ ਕੀਤੀ। ਮਾਤਾ ਪਿਤਾ ਦਾ ਆਦਰ ਹਰ ਇੱਕ ਨੂੰ ਕਰਨਾ ਚਾਹੀਦਾ। ਸਾਧ ਸੰਗਤ, ਮਾਤਾ ਪਿਤਾ ਦੇ ਚਰਨੀ ਹੱਥ ਲਾਉਣਾ ਚਾਹੀਦਾ। ਮਾਤਾ ਪਿਤਾ ਦਾ ਬਹੁਤ ਵੱਡਾ ਸਤਿਕਾਰ ਹੈ।
भाई गुरदास साहब ने आख्या जिहड़ा अपने माँ प्यो की सेवा नहीं करता, माता पिता नूं आदर नहीं देंदा, वो जिन्नी मर्जी कथा सुनी जाए वो कथा सुनने का कोई लाभ नहीं है। भाई साहब जी दे बोल, माँ प्यो पर हर सुने वेद, भेद ना जाने कथा कहानी। कहते माँ प्यो नूं परे छड्ड करके ते कथा कहानियां सुनदा फिरदा, इन्हें कोई भेद ही नहीं पाया। कई बारी ऐसा हुंदा माता बजुर्ग नूं घरे पानी का गिलास नहीं देना, पिता नूं नहीं पानी पियाउणा ते बाहर छबीलां लाउणीਆਂ। माता पिता प्यासे ही कई बारी मंगदे ही चलाने कर जाते। इत्थों ये भी सिक्ख्या मिलती कि धन गुरु नानक देव साहब महाराज अपने पिता जी का कितना सत्कार करते ते माता जी का कितना सत्कार। पहला पिता जी के चरणों से सिर रखिया, हुण गए मात ढिग दुआ कर जोरी, धरियो जुगल चरणन पर माता। दोवां चरणों के उत्ते मस्तक रख दिता। ते माता तृप्ता ने बाहां तो फड़ के उपर चुकिया अपने पुत्र नानक नूं ते घुट के गले नाल ला लिया है। नेत्र सज्जल हो गए माता जी दे ते नेत्रां विचों अथरू किरण लग पए। धन माता तृप्ता जी आनंद नाल भर गए ते हिरदा ठंडा हो गया, छाती शीतल हो गई। ते फिर अपने पुत्र दे चेहरे भी छवि जिहड़ी है, जो छवि का घर ही है, महान शोभा का घर, उसनूं तकिया है। खुशी का समा से, खुशी का समा जाके जान के अपने अंसुआं नूं, अपने अथरुआं नूं रोकिया है। माता तृप्ता जी हृदय च विचारते आ कि दैव गति है, प्रभु की गति है, उन्हें विछोड़ा पा दिता है। ते मैनू घर दे विच पुत्र दे मिलाप का सुख नहीं दिता है कि मैं पुत्र तो विछड़ के रह रही हाँ, पर फिर भी मैं अपने आप नूं वड्डियां भागां वाली जानदी हाँ कि मैं अपने पुत्र का एक खुशी का दिन वेखन लगी हाँ। वार वार फिर माता जी सदके जा रहे हैं। रजदे ही नहीं है माता जी अपने पुत्र की सोहनी श्रेष्ठ मूर्त वेख करके, सोहना चेहरा वेख के माता जी सदके जाते। वार वार जी करता वेखी जावा अपने पुत्र नो। इस तरह माता जी नूं मिल करके फिर सुखां दे दाता धन श्री गुरु नानक देव साहब जी जाके अपने चाचा जी नूं नमस्कार कीती है, चाचा लालू जी नूं। ते चाचा लालू जी ने बड़े प्यार नाल घुट के गलवकड़ी विच ले लिया है। ते चंद्रमा वर्गा खिड़िया होया मुखड़ा वेख के प्रसन्न हो गए चाचा लालू जी। घुट के छाती नाल ला के सुख पा रहे हैं चाचा जी। चाचे ने तो इस तरह गले लाया है अपने प्यारे नूं कि जिवें कहंदे कोई सूम धन नहीं छड़ सकदा। ते चाचा जी कहंदे आ साडे घर विच सुख देण वाला पुत्र पैदा होया है, जिसने साडे घरे जाए के प्रगट हो के ते इसने सारी कुल नूं ही पवित्र कर दिता है। ते आने वाले समय की अगे दी परमेश्वर जाने भी की होना है। इस तरह प्यार करके चाचा लालू जी ने बचन कीते। फिर चाचा जी नूं मिल के दुखां नूं कट्टण वाले धन श्री गुरु नानक देव साहिब जी अपने सत्कारयोग नाना जी बाबा रामा जी के चरणों से वंदना की। उन्होंने भी बाहां तो फड़ के घुट के गले नाल ला लिया है। ये आनंद का जल नेत्रां विच छा गया नाना जी दे। नाना जी वेख नहीं रहे, कोई दिसदा नहीं भी नेड़े कोई मंगण वाला जाचक नहीं है। इस करके अपने दोते श्री नानक जी नूं अपनी गलवकड़ी विचों छड्ड ही नहीं रहे नाना जी। ते नानी माता जी
ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਨੀ ਜੀ ਜਿਨ੍ਹਾਂ ਦਾ ਨਾਮ ਹੈ ਭਰਾਈ ਮਾਤਾ ਭਰਾਈ ਜੀ, ਤੇ ਨਾਨੀ ਮਾਤਾ ਭਰਾਈ ਜੀ ਨੇ ਮੁਖ ਤੋਂ ਬਚਨ ਕੀਤਾ, ਆਖਿਆ ਹੈ ਵੀ ਹੁਣ ਛੱਡ ਵੀ ਦਿਓ ਤੁਸੀਂ ਗੱਲ ਵਕੜੀ ਵਿੱਚੋਂ, ਤੁਸੀਂ ਹੁਣ ਪਿਆਰ ਕਰ ਲਿਆ ਹੈ, ਸਨੇਹ ਕਰ ਲਿਆ ਹੈ, ਬਾਕੀਆਂ ਨੂੰ ਵੀ ਮਿਲ ਲੈਣ ਦਿਓ। ਇਸੇ ਤਰ੍ਹਾਂ ਸਾਨੂੰ ਵੀ ਮਿਲ ਲੈਣ ਦਿਓ, ਬਾਕੀਆਂ ਨਾਲ ਵੀ ਪ੍ਰੇਮ ਧਾਰਨ ਕਰਕੇ ਮਿਲ ਲੈਣ, ਤੇ ਸਾਰਾ ਵਿਛੋੜਾ ਜਿਹੜਾ ਹੈ ਉਹ ਦੂਰ ਕਰ ਦੇਣ। ਜਦੋਂ ਨਾਨੀ ਮਾਤਾ ਜੀ ਨੇ ਆਖਿਆ ਨਾ ਵੀ ਹੁਣ ਛੱਡ ਵੀ ਦਿਓ, ਹੁਣ ਤੁਸੀਂ ਤੇ ਗੱਲ ਵਕੜੀ ਵਿੱਚ ਲੈ ਲਿਆ, ਛੱਡਦੇ ਹੀ ਨਹੀਂ ਉਹ ਆਪਣੇ ਦੋਹਤੇ ਨੂੰ। ਤੇ ਨਾਨਾ ਬਾਬਾ ਰਾਮਾ ਜੀ ਕਹਿੰਦੇ ਵੀ ਮੈਂ ਤਾਂ ਨਹੀਂ ਛੱਡਣਾ ਹੈ, ਜਿੰਨਾ ਚਿਰ ਮੇਰੀ ਇੱਛਾ ਨਾ ਪੂਰੀ ਹੋਵੇਗੀ ਉਹਨਾਂ ਚਿਰ ਮੈਂ ਨਹੀਂ ਛੱਡਦਾ ਆਪਣੇ ਦੋਹਤੇ ਨੂੰ। ਮੈਂ ਤਾਂ ਉਦੋਂ ਹੀ ਛੱਡਾਂਗਾ, ਉਦੋਂ ਹੀ ਵਿਛੋੜਾਂਗਾ ਆਪਣੇ ਹਿਰਦੇ ਤੋਂ, ਭਾਵ ਆਪਣੀ ਗੱਲ ਵਕੜੀ ਵਿੱਚੋਂ, ਜਦੋਂ ਮੈਂ ਇਹਦੇ ਸਿਰ ਤੋਂ ਸਿਰ ਵਾਰਨੇ ਕਰ ਲਵਾਂਗਾ ਬਹੁਤੇ ਧਨ ਦੇ। ਬਹੁਤਾ ਧਨ ਜਦੋਂ ਸਿਰ ਵਾਰਨੇ ਕਰਕੇ ਮੰਗਤਿਆਂ ਨੂੰ ਦੇ ਦੇਵਾਂਗਾ ਤੇ ਫੇਰ ਹੀ ਛੱਡਾਂਗਾ ਮੈਂ। ਉਹਦਾ ਭਾਵ ਇਹ ਹੈ ਵੀ ਇਹ ਧਨ ਨਾਲੋਂ ਵੀ ਮੈਨੂੰ ਪਿਆਰਾ ਹੈ, ਦੌਲਤ ਨਾਲੋਂ ਵੀ ਪਿਆਰਾ, ਇਸ ਕਰਕੇ ਮੈਂ ਆਪਣੇ ਦੋਹਤੇ ਦੇ ਸਿਰ ਤੋਂ ਧਨ ਵੀ ਕੁਰਬਾਨ ਕਰਨਾ। ਤੇ ਫਿਰ ਕਿਵੇਂ ਆਖਿਆ, ਕੋਈ ਦਿਸ ਨਹੀਂ ਰਿਹਾ ਮੰਗਤਾ। ਤੇ ਫਿਰ ਬੇਬੇ ਨਾਨਕੀ ਜੀ ਨੂੰ ਆਖਿਆ ਵੀ ਕੋਈ ਬੁਲਾ, ਉਹਨਾਂ ਚਿਰ ਇਹਨੇ ਛੱਡਣਾ ਹੀ ਨਹੀਂਗਾ। ਫਿਰ ਉਹਨਾਂ ਤੁਲਸਾ ਦਾਸੀ ਨੂੰ ਭੇਜਿਆ ਤੇ ਬਾਹਰੋਂ ਫਿਰ ਮੰਗਤੇ ਜਿਹੜੇ ਸੀ ਉਹਨਾਂ ਨੂੰ ਸੱਦ ਕੇ ਲਿਆਂਦਾ। ਤੇ ਫਿਰ ਨਾਨਾ ਜੀ ਨੇ ਪੈਸੇ ਦਿੱਤੇ, ਉਹਨਾਂ ਦੇ ਟਕੇ ਮੰਗਾਏ। ਉਹ ਕਿਵੇਂ ਟਕੇ ਮੰਗਾਉਂਦੇ ਆ ਤੇ ਕਿੰਨੇ ਵਾਰ ਨੇ ਕਰਦੇ ਆ, ਉਹ ਫਿਰ 35 ਰੁਪਈਏ ਸਾਰਿਆਂ ਨੇ ਵੰਡ ਕੇ ਸਿਰ ਵਾਰ ਨਹੀਂ ਕਰ ਦਿੱਤੇ ਸੀ ਉਸ ਮੌਕੇ ਤੇ 35 ਰੁਪਈਏ। ਅੱਜ ਦੇ ਤੇ ਕਈ ਉਹ ਬਣ ਜਾਣ, ਉਹ ਕੱਲ੍ਹ ਦੇ ਪ੍ਰਸੰਗ ਵਿੱਚ ਅੱਗੇ ਆਵੇਗਾ ਸਾਧ ਸੰਗਤ ਜੀ। ਜਿਵੇਂ ਮਹਾਰਾਜ ਸਾਹਿਬ ਜੀ ਦੇ ਇਹ ਮੰਗਣੀ ਦੇ ਸਮੇਂ ਖੁਸ਼ੀਆਂ ਮਨਾਈਆਂ ਗਈਆਂ ਬੇਬੇ ਨਾਨਕੀ ਜੀ ਦੇ ਘਰ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ। ਤੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਂ ਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਰ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ, ਅੰਧ ਕੂਪ ਮਹਾ ਭਿਆਨ ਨਾਨਕ ਪਾਰ। ਆਏ ਪ੍ਰਭ ਸਰਨਾਗਤੇ ਕਿਰਪਾ ਨਿਧ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।